ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਤਰਯਾਮੀ ਕਿਰਪਾ ਦੇ ਖਜ਼ਾਨੇ ਭਗਤ ਵਛਲ ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਨੂੰ ਪ੍ਰਾਪਤ ਕਰਦੇ ਹੋਏ ਜੁੜ ਬੈਠੇ ਹਾਂ। ਸਤਿਗੁਰਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲਣ ਵਿਖੇ ਸੰਧਿਆ ਦੇ ਸਮੇਂ ਦੇ ਸਜੇ ਦੀਵਾਨ ਵਿੱਚ ਗੁਰੂ ਕੀ ਬਾਣੀ ਦਾ ਕੀਰਤਨ ਇਸੇ ਪ੍ਰਕਾਰ ਰਹਿਰਾ ਸਾਹਿਬ ਦਾ ਪਾਠ ਉਪਰੰਤ ਲੜੀਵਾਰ ਕਥਾ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਗੁਰੂ ਕੀ ਸੰਗਤ ਰੂਪ ਵਿੱਚ ਜੁੜ ਮਿਲ ਕੇ ਬੈਠਣ ਦਾ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਆਓ ਸਤਿਗੁਰਾਂ ਦਾ ਸੋਹਣਾ ਸੁੰਦਰ ਇਤਿਹਾਸ ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਜੀਵਨ ਬਿਰਤਾਂਤ ਜੋ ਇਸ ਪੰਜਵੀਂ ਰੁੱਤ ਦੇ ਵਿੱਚ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਸੋਹਣੇ ਢੰਗ ਦੇ ਨਾਲ ਬਿਆਨ ਕੀਤਾ ਹੈ ਸੁੰਦਰ ਛੰਦਾਬੰਦੀ ਦੇ ਵਿੱਚ। ਅਤੇ ਇਸ ਨੂੰ ਰੋਜ਼ਾਨਾ ਪੜ੍ਹਨ ਸੁਣਨ ਦਾ ਆਪਾਂ ਨੂੰ ਮੌਕਾ ਮਿਲਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਬਿਰਾਜ ਰਹੇ ਹਨ। ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਬੇਅੰਤ ਗੁਰੂ ਕੀਆਂ ਸੰਗਤਾਂ ਗੁਰੂ ਕਾ ਖਾਲਸਾ ਜੁੜ ਬੈਠਿਆ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਕੇ ਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੇ ਸਿੱਖ ਦੀ ਰਹਿਣੀ ਬਹਿਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਉਹਨੂੰ ਸੰਸਾਰ ਦੇ ਵਿੱਚ ਵਰਤਣਾ ਚਾਹੀਦਾ ਹੈ, ਕਿਹਨੂੰ ਦਾਨ ਦੇਣਾ ਚਾਹੀਦਾ ਹੈ, ਕਿਸ ਤੋਂ ਦਾਨ ਲੈਣਾ ਚਾਹੀਦਾ ਹੈ। ਸੋ ਇਤਿਆਦਿਕ ਆਪ ਜੀ ਸਭ ਜੋ ਗੁਰਮਤਿ ਦੀ ਰਹਿਤ ਮਰਿਆਦਾ ਹੈ ਗੁਰੂ ਕੀਆਂ ਸੰਗਤਾਂ ਨੂੰ ਭਲੀ ਪ੍ਰਕਾਰ ਕਰਕੇ ਪ੍ਰਗਟ ਕਰਕੇ ਆਪ ਜੀ ਸਮਝਾਓ। ਤਾਂ ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਹਿਤ ਮਰਿਆਦਾ ਦੇ ਅੰਮ੍ਰਿਤ ਦੇ ਔਰ ਗੁਰੂ ਕੀ ਰਹਿਣੀ ਦੇ ਵਿੱਚ ਕਿਵੇਂ ਰਹਿ ਕੇ ਗੁਰੂ ਕੇ ਸਿੱਖ ਨੇ ਦਾਨ ਪੁੰਨ ਕਰਨਾ ਹੈ ਇਹ ਸਾਰੇ ਬਚਨ ਬੜੇ ਪ੍ਰੇਮ ਦੇ ਸਹਿਤ ਸਮਝਾਉਣਾ ਕੀਤੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਕੱਲ ਪਾਹੁਲ ਭੇਦ ਦੱਸੀ ਕੱਲ ਦੇ ਦੀਵਾਨ ਦੇ ਵਿੱਚ ਆਪਾਂ ਸੁਣਿਆ ਕਿ 3 ਪ੍ਰਕਾਰ ਦੇ ਗੁਰੂ ਕੇ ਸਿੱਖ ਗੁਰੂ ਘਰ ਦੇ ਵਿੱਚ ਹਨ। ਇੱਕ ਤੇ ਸਭ ਤੋਂ ਪਹਿਲਾਂ ਕਹਿੰਦੇ ਜੋ ਸਭ ਤੋਂ ਉੱਤਮ ਹੈ ਗੁਰੂ ਕੀ ਸਿੱਖੀ ਨੂੰ ਧਾਰਨ ਕਰਨ ਦਾ ਤਰੀਕਾ ਉਹ ਹੈ 5 ਪਿਆਰਿਆਂ ਦੇ ਪਾਸੋਂ ਗੁਰੂ ਕੀ ਹਜ਼ੂਰੀ ਵਿੱਚ ਖੰਡੇ ਬਾਟੇ ਦੇ ਅੰਮ੍ਰਿਤ ਦੀ ਪਾਹੁਲ ਲੈਣੀ ਅੰਮ੍ਰਿਤ ਛਕਣਾ। ਇਸੇ ਤਰ੍ਹਾਂ ਕਹਿੰਦੇ ਪਹਿਲਾਂ ਜੋ ਪ੍ਰਪਾਟੀ ਚੱਲਦੀ ਸੀ ਚਰਨ ਪਾਹੁਲੀਏ ਸਿੱਖ ਹੁੰਦੇ ਸਨ ਗੁਰੂ ਸਾਹਿਬ ਜੀ ਦਾ ਚਰਨਾ ਅੰਮ੍ਰਿਤ ਲੈ ਕੇ ਉਹ ਸਿੱਖ ਬਣ ਜਾਂਦੇ ਸਨ ਸਿੱਖੀ ਨੂੰ ਧਾਰਨ ਕਰਦੇ ਸਨ। ਅਤੇ ਤੀਜੇ ਜਿਹੜੇ ਹੈਗੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਸਹਿਜ ਧਾਰੀ ਸਿੱਖ ਹਨ ਸੋ ਗੁਰੂ ਕੇ ਚਰਨਾਂ ਵਿੱਚ ਜੁੜਦੇ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਕ 10 ਪਾਤਸ਼ਾਹੀਆਂ ਦੇ ਉੱਤੇ ਇਹਨਾਂ ਦੀ ਸਮੁੱਚੀ ਬਾਣੀ ਦੇ ਉੱਤੇ ਜਿਹੜਾ ਗੁਰੂ ਕਾ ਸਿੱਖ ਪੂਰਨ ਨਿਸ਼ਚਾ ਰੱਖਦਾ ਹੈ ਕੇਸ ਕਤਲ ਨਹੀਂ ਕਰਵਾਉਂਦਾ ਬਾਕੀ ਸਾਰੀ ਰਹਿਤ ਮਰਿਆਦਾ ਗੁਰਸਿੱਖਾਂ ਵਾਲੀ ਰੱਖਦਾ ਹੈ ਕੋਈ ਹੋਰ ਪੂਜਾ ਅਰਚਨਾ ਨਹੀਂ ਕਰਦਾ ਗੁਰੂ ਗ੍ਰੰਥ ਸਾਹਿਬ ਉੱਤੇ ਜਿਹਦਾ ਵਿਸ਼ਵਾਸ ਹੈ ਉਹਨੂੰ ਸਹਿਜ ਧਾਰੀ ਸਿੱਖ ਕਿਹਾ ਜਾਂਦਾ ਹੈ। ਸੋ ਅੱਜ ਕੱਲ੍ਹ ਭਾਵੇਂ ਇਹ ਥੋੜ੍ਹਾ ਜਿਹਾ ਜਿਹੜੀ ਸਹਿਜ ਧਾਰੀ ਦੀ ਪਰਿਭਾਸ਼ਾ ਨੂੰ ਬਦਲਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਜਿਹੜੇ ਕੋਨੇ ਮੋਨੇ ਹੈ ਉਹ ਵੀ ਕਹਿੰਦੇ ਆ ਜੀ ਅਸੀਂ ਸਹਿਜ ਧਾਰੀ ਸਿੱਖ ਹੈ। ਸਹਿਜ ਧਾਰੀ ਦਾ ਮਤਲਬ ਹੁੰਦਾ ਹੈ ਕਿ ਅਸੀਂ ਸਹਿਜੇ ਸਹਿਜੇ ਗੁਰੂ ਕੀ ਸਿੱਖੀ ਨੂੰ ਧਾਰਨ ਕਰ ਰਹੇ ਹਾਂ। ਪਰ ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਵੀ ਕੇਸ ਕਟਾਉਂਦਾ ਸੀ 10 ਸਾਲ ਬਾਅਦ ਵੀ ਚੰਗੀ ਤਰ੍ਹਾਂ ਮੂੰਹ ਰਗੜ ਕੇ ਗੁਰੂ ਚਰਨਾਂ ਵਿੱਚ ਆ ਰਿਹਾ ਉਹ ਕਾਹਦਾ ਸਹਿਜ ਧਾਰੀ ਸਿੱਖ ਹੋਇਆ ਬਈ। ਬਾਕੀ ਜੋ ਵਰਤਾਰਾ ਵਰਤ ਰਿਹਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਉਹਨਾਂ ਵਿੱਚ ਆਪੋ ਆਪਣੀਆਂ ਵੋਟਾਂ ਲੋਕਾਂ ਨੇ ਪੱਕੀਆਂ ਕੀਤੀਆਂ ਹੁੰਦੀਆਂ ਸੋ ਇਸ ਕਰਕੇ ਉਹਨਾਂ ਦਾ ਜ਼ੋਰ ਲੱਗਿਆ ਹੁੰਦਾ ਹੈ ਵੀ ਸਾਰਿਆਂ ਨੂੰ ਜਿਹੜੇ ਆਪਣੇ ਬੰਦੇ ਹੈਗੇ ਆ ਜਾਣ ਪਛਾਣ ਵਾਲੇ ਇਹਨਾਂ ਨੂੰ ਸਹਿਜ ਧਾਰੀ ਵਾਲੇ ਗਲਿਆਰੇ ਦੇ ਵਿੱਚ ਸਹਿਜ ਧਾਰੀ ਵਾਲੇ ਦਾਇਰੇ ਦੇ ਵਿੱਚ ਲੈ ਆਈਏ ਇਹ ਤਾਂ ਕਰਕੇ ਕੱਲ੍ਹ ਨੂੰ ਇਹ ਸਾਨੂੰ ਵੋਟਾਂ ਪਾਉਣ ਅਤੇ ਅਸੀਂ ਜਿੱਤ ਜਾਈਏ। ਸੋ ਇਸ ਪ੍ਰਕਾਰ ਕਰਕੇ ਸਹਿਜ ਧਾਰੀ ਦੀ ਪਰਿਭਾਸ਼ਾ ਬਦਲਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਅਸਲ ਸਹਿਜ ਧਾਰੀ ਸਿੱਖ ਉਹ ਹੈ ਜਿਹੜਾ ਗੁਰੂ ਸਾਹਿਬ ਦੇ ਉੱਤੇ ਪੂਰਨ ਨਿਸ਼ਚਾ ਰੱਖਦਾ। ਇਹ ਨਹੀਂ ਵੀ ਗੁਰੂ ਘਰ ਵੀ ਆਵੇ ਅਤੇ ਹੋਰ ਪਾਸੇ ਵੀ ਤੁਰਿਆ ਫਿਰੇ ਕਬਰਾਂ ਦੇ ਉੱਤੇ ਵੀ ਚਾਦਰਾਂ ਚੜ੍ਹਾਉਂਦਾ ਫਿਰੇ ਦੇਹ ਧਾਰੀਆਂ ਦੇ ਵੀ ਜਾ ਕੇ ਮੱਥਾ ਟੇਕਦਾ ਫਿਰੇ ਉਹ ਕਾਹਦਾ ਸਹਿਜ ਧਾਰੀ ਹੈ। ਉਹਨੇ ਤਾਂ ਗੁਰੂ ਕੀ ਸਿੱਖੀ ਨੂੰ ਧਾਰਨ ਹੀ ਨਹੀਂ ਧਾਰੀ ਨਾਮ ਹੈ ਧਾਰਨ ਕਰਨ ਵਾਲੇ ਦਾ।
ਸੋ ਜਿਹੜਾ ਸਹਿਜ ਦੇ ਨਾਲ ਧਾਰਨ ਕਰ ਰਿਹਾ ਹੈ ਉਹ ਤਾਂ ਸਹਿਜਧਾਰੀ ਮੰਨਿਆ ਜਾ ਸਕਦਾ, ਪਰ ਜਿਹੜਾ ਉਹ ਸਾਰੀਆਂ ਜਿਹੜੀਆਂ ਕੁਰੀਤੀਆਂ ਉਵੇਂ ਦੀਆਂ ਉਵੇਂ ਕਰਦਾ, ਆ ਕੇ ਮੱਥਾ ਵੀ ਟੇਕਦਾ ਹੈ ਅਤੇ ਆ ਕੇ ਕੜਾਹ ਪ੍ਰਸ਼ਾਦ ਵੀ ਕਰਾਉਂਦਾ, ਮਾਇਆ ਭੇਟ ਵੀ ਕਰਦਾ ਹੈ, ਅਤੇ ਫਿਰ ਉਹ ਕਹੇ ਵੀ ਮੈਂ ਸਹਿਜਧਾਰੀ ਹਾਂ। ਸਤਿਗੁਰੂ ਸਾਹਿਬ ਜੀ ਨਹੀਂ ਉਹਨੂੰ ਗਿਣਦੇ, ਆਪਣੀ ਪਰਿਭਾਸ਼ਾ ਜਿਹੜੀ ਮਰਜ਼ੀ ਬਣਾਈ ਫਿਰੋ, ਸਤਿਗੁਰੂ ਸਾਹਿਬ ਜੀ ਨਹੀਂ ਗਿਣਦੇ ਕਿ ਇਹ ਸਹਿਜਧਾਰੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਾਲ ਆਖਿਆ ਕਿ ਧਰੇ ਕੇਸ ਪਾਹਲ ਬਿਨਾ ਭੇਖੀ ਮੂਰਖ ਸਿੱਖ, ਮੇਰਾ ਦਰਸ਼ਨ ਨਾਹੀਂ ਤਿਸ ਪਾਪੀ ਤਿਆਗੈ ਸਿੱਖ। ਕਹਿੰਦੇ ਜਿਹੜਾ ਕੇਸ ਧਾਰਨ ਤਾਂ ਕਰ ਲੈਂਦਾ ਹੈ, ਸਾਬਤ ਸੂਰਤ ਤਾਂ ਹੋ ਗਿਆ, ਪਰ ਜਦੋਂ ਅੰਮ੍ਰਿਤ ਛਕਣ ਵਾਸਤੇ ਕਹੋ ਤਾਂ ਇਸ ਗੱਲ ਤੋਂ ਇਨਕਾਰੀ ਹੋ ਜਾਂਦਾ ਹੈ। ਕਹਿੰਦੇ ਉਹ ਸਿੱਖ ਵੀ ਕਹਿੰਦੇ ਭੇਖੀ ਹੈ, ਭੇਖ ਦਿਖਾਵਾ ਹੀ ਕਰਦਾ ਹੈ। ਜਾਂ ਕਈ ਹੋਰ ਮਤਾਂ ਵਾਲੇ ਜਿਵੇਂ ਬ੍ਰਾਹਮਣ ਆਦਿਕ ਉਹ ਕੇਸ ਰੱਖ ਕੇ ਅਤੇ ਉਹ ਗੁਰਬਾਣੀ ਸੰਥਿਆ ਵੀ ਕਰ ਲੈਂਦੇ ਆ, ਪਾਠੀ ਵੀ ਬਣ ਜਾਂਦੇ ਆ, ਪਰ ਉਹ ਅੰਮ੍ਰਿਤ ਨਹੀਂ ਛਕਦੇ, ਗੁਰੂ ਕੀ ਰਹਿਤ ਮਰਿਆਦਾ ਵਿੱਚ ਪੂਰਨ ਤੌਰ 'ਤੇ ਆਉਂਦੇ ਨਹੀਂ। ਸੋ ਕਹਿੰਦੇ ਐਸੇ ਜਿਨ੍ਹਾਂ ਨੇ ਕੇਸ ਤਾਂ ਧਾਰਨ ਕੀਤੇ ਆ ਪਰ ਭੇਖ ਦਿਖਾਵਾ ਕੀਤਾ ਹੋਇਆ ਸਿਰਫ ਵੀ ਗੁਰੂ ਘਰ ਦੇ ਵਿੱਚ ਸਾਡਾ ਚੰਗਾ ਮਾਣ ਸਨਮਾਨ ਹੋਵੇ, ਸਾਡੀ ਪੂਜਾ ਪ੍ਰਤਿਸ਼ਠਾ ਹੋਵੇ, ਸਾਨੂੰ ਅਖੰਡ ਪਾਠਾਂ ਦੇ ਉੱਤੇ ਲਾ ਲਿਆ ਜਾਵੇ। ਗੁਰੂ ਘਰ ਦੇ ਵਿੱਚੋਂ ਮਾਇਆ ਇਤਿਆਦਿਕ ਤਾਂ ਚਾਹੁੰਦਾ, ਪਦਾਰਥ ਤਾਂ ਚਾਹੁੰਦਾ, ਪਰ ਗੁਰੂ ਦੀ ਗੱਲ ਨਹੀਂ ਮੰਨਦਾ। ਐਸਾ ਜਿਹੜਾ ਕੇਸਾਧਾਰੀ ਹੈ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪਾਹੁਲ ਬਿਨਾ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਦਾ, ਗੁਰੂ ਕੀ ਮਰਿਆਦਾ ਨੂੰ ਮੰਨਦਾ ਨਹੀਂ, ਉਹ ਕਹਿੰਦੇ ਭੇਖੀ ਹੈ, ਭੇਖ ਧਾਰੀ ਹੈ ਅਤੇ ਮੂਰਖ ਹੈ। ਉਹ ਚੰਗਾ ਬੰਦਾ ਨਹੀਂ ਹੈ, ਸਿਆਣਾ ਬੰਦਾ ਨਹੀਂ, ਮੂਰਖ ਹੈ, ਮੂਰਖਪੁਣਾ ਕਰ ਰਿਹਾ। ਅਤੇ ਕਹਿੰਦੇ ਐਸੇ ਨੂੰ, ਐਸਾ ਜਿਹੜਾ ਭੇਖ ਧਾਰੀ ਹੈ, ਮੇਰਾ ਦਰਸ਼ਨ ਨਹੀਂ ਤਿਸ, ਕਹਿੰਦੇ ਉਹਨੂੰ ਕਦੇ ਵੀ ਮੇਰਾ ਦਰਸ਼ਨ ਨਹੀਂ ਹੋਵੇਗਾ, ਕਦੇ ਮੇਰੇ ਦੀਦਾਰਿਆਂ ਦੀ ਇੱਛਾ ਨਾ ਰੱਖੇ। ਅਤੇ ਐਸਾ ਜਿਹੜਾ ਭੇਖ ਧਾਰੀ ਹੈ ਉਹਨੂੰ ਮੇਰਾ ਸਿੱਖ ਵੀ ਤਿਆਗ ਦੇਵੇ, ਪਾਪੀ ਜਾਣ ਕੇ ਕਿ ਇਹ ਤਾਂ ਪਾਪੀ ਹੈ, ਗੁਨਾਹੀ ਹੈ। ਸੋ ਇੱਥੋਂ ਤੱਕ ਆਪਾਂ ਸਰਵਣ ਕੀਤਾ ਸੀ। ਅੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਵੇਂ ਹੋਰ ਰਹਿਤ ਮਰਿਆਦਾ ਦੇ ਬਚਨ ਦੱਸ ਰਹੇ ਹਨ, ਪਿਆਰ ਨਾਲ ਸੁਣੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ, ਏਕ ਮਜਬ ਰਹਿਣਾ ਭਲਾ, ਤੂੰ ਮੈਂ ਰਹਿ ਨਾ ਕੋਏ। ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਬਣ ਗਿਆ ਉਹ ਬਸ ਫਿਰ ਗੁਰੂ ਕਾ ਸਿੱਖ ਹੀ ਰਹੇ, ਹੋਰ ਕਿਸੇ ਧਰਮ ਨੂੰ ਨਾ ਮੰਨੇ। ਦੋ ਮਜ਼ਹਬਾਂ ਦੇ ਵਿੱਚ ਨਹੀਂ, ਮੰਨ ਲਓ ਕਿਸੇ ਹੋਰ ਧਰਮ ਦੇ ਵਿੱਚੋਂ ਆ ਗਿਆ, ਮੰਨ ਲਓ ਸਨਾਤਨ ਮਤੀਆਂ ਦੇ ਵਿੱਚੋਂ ਆ ਗਿਆ, ਮੁਸਲਮਾਨਾਂ ਵਿੱਚੋਂ ਆ ਗਿਆ, ਅਤੇ ਉਹ ਗੁਰੂ ਕਾ ਸਿੱਖ ਬਣ ਗਿਆ। ਜਾਂ ਗੁਰੂ ਕਾ ਸਿੱਖ ਹੈ ਅਤੇ ਉਹ ਹੋਰ ਧਰਮਾਂ ਵਾਲਿਆਂ ਦੇ ਉੱਤੇ ਵੀ ਵਿਸ਼ਵਾਸ ਰੱਖਦਾ ਹੈ, ਉੱਧਰ ਜਗਰਾਤੇ ਵੀ ਕਰਾਉਂਦਾ ਫਿਰਦਾ, ਕੀਰਤਨ ਦੀਵਾਨ ਵੀ ਕਰਾਉਂਦਾ ਫਿਰਦਾ ਹੈ, ਅਖੰਡ ਪਾਠ ਵੀ ਕਰਾਉਂਦਾ, ਗਾਇਤਰੀ ਮੰਤਰ ਵੀ ਪੜ੍ਹਾਉਂਦਾ ਫਿਰਦਾ ਹੈ, ਜਾਂ ਗੁਰੂ ਕੀ ਬਾਣੀ ਦਾ ਵੀ ਸ਼ਰਧਾਲੂ ਹੈ, ਇੱਧਰ ਵੀ ਸਭ ਕੁਝ ਕਿਰਿਆ ਕਰਮ ਕਰਦਾ ਫਿਰਦਾ ਹੈ, ਅਤੇ ਉਧਰ ਲਾਲਾਂ ਵਾਲੇ ਦੇ ਰੋਟ ਵੀ ਜਾਂ ਸੱਪਾਂ ਆਦਿਕ ਦੀ ਪੂਜਾ, ਗੁੱਗਿਆਂ ਦੀ ਪੂਜਾ ਵੀ ਕਰਦਾ ਫਿਰਦਾ ਹੈ। ਸਤਿਗੁਰੂ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਨਾ ਉਹ ਇੱਕ ਪੰਥ ਦਾ ਹੋਵੇ, ਇੱਕ ਪੰਥ ਵਿੱਚ ਹੀ ਰਹੇ, ਇੱਕ ਮਜ਼ਹਬ ਦੇ ਵਿੱਚ ਹੀ ਰਹਿਣਾ। ਕਹਿੰਦੇ ਹਰੇਕ ਇਨਸਾਨ ਵਾਸਤੇ ਭਲਾ ਹੁੰਦਾ ਹੈ। ਏਕ ਮਜ਼ਹਬ ਮੈਂ ਰਹਿਣਾ ਭਲਾ, ਦੋ ਮੈਂ ਰਹਿ ਨਾ ਕੋਈ। ਕਹਿੰਦੇ ਦੋ ਮਜ਼ਹਬਾਂ ਦੇ ਵਿੱਚ ਜਾਂ ਦੋ ਬੇੜੀਆਂ ਦੇ ਵਿੱਚ ਪੈਰ ਨਾ ਧਰੇ, ਵੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੁਰੂ ਮੰਨੇ ਅਤੇ ਕੋਈ ਨਾ ਕੋਈ ਹੋਰ ਗੁਰੂ ਬਾਬਾ ਵੀ ਬਣਾਈ ਫਿਰੇ। ਕਹਿੰਦੇ ਉਹ ਚੰਗੀ ਗੱਲ ਨਹੀਂ, ਇੱਕ ਮਜ਼ਹਬ ਦੇ ਵਿੱਚ, ਇੱਕ ਧਰਮ ਦੇ ਵਿੱਚ ਰਹਿਣਾ ਹੀ ਚੰਗਾ ਹੈ। ਸਤਿਗੁਰੂ ਜੀ ਕਹਿੰਦੇ ਜਿਹੜਾ ਮੇਰਾ ਸਿੱਖ ਕਹਾਉਂਦਾ ਹੈ ਅਤੇ ਉਹ ਭਰਮ ਦੇ ਵਿੱਚ, ਭੁਲੇਖੇ ਦੇ ਵਿੱਚ ਪੈਂਦਾ ਹੈ, ਭਰਮ ਕੇ ਹੋਰ ਪੂਜਾ ਦੇ ਵਿੱਚ ਵੀ ਜਾ ਕੇ ਲੱਗਿਆ ਰਹਿੰਦਾ ਹੈ, ਕਹਿੰਦੇ ਉਹ ਜਿਹੜਾ ਸਿੱਖ ਹੈ ਕਹਿੰਦੇ ਉਹ ਤਾਂ ਪਾਪੀ ਹੈ, ਜਿਹੜਾ ਭਰਮ ਭੁਲੇਖਿਆਂ ਦੇ ਵਿੱਚ। ਕਿਉਂਕਿ ਗੁਰੂ ਕਾ ਖਾਲਸਾ ਤਾਂ ਭਰਮ ਭੇਖਤੇ ਰਹਿ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਦੁਬਿਧਾ ਨਾ ਪੜੋ, ਦੁਚਿੱਤੀ ਵਿੱਚ ਨਾ ਪਵੇ, ਦੋ ਪਾਸੇ ਪੈਰ ਨਾ ਰੱਖੇ, ਦੋ ਬੇੜੀਆਂ ਦਾ ਸਵਾਰ ਨਾ ਹੋਵੇ। ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਣ ਨਾ ਜਾਈ। ਕਦੇ ਵੀ ਦੁਬਿਧਾ ਵਿੱਚ ਪੈ ਕੇ, ਭਰਮ ਭੁਲੇਖੇ ਵਿੱਚ ਪੈ ਕੇ ਦੋ ਪਾਸੇ ਗੁਰੂ ਕਾ ਸਿੱਖ ਨਾ ਜਾਵੇ। ਸੋ ਇੱਕ ਮਜ਼ਹਬ ਦੇ ਵਿੱਚ ਰਹੇ, ਇੱਕ ਮਜ਼ਹਬ ਦੇ ਵਿੱਚ ਰਹਿਣਾ ਚੰਗਾ ਹੈ। ਜੇਕਰ ਦੋ ਪਾਸੇ ਦੋ ਬੇੜੀਆਂ ਦਾ ਸਵਾਰ, ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਗੁਰੂ ਪਿਆਰਿਓ ਵੀ ਕਦੇ ਕੋਈ ਪਾਰ ਨਹੀਂ ਹੁੰਦਾ। ਦੋ ਬੇੜੀਆਂ ਦੇ ਉੱਤੇ ਜਿਹੜੇ ਅਸਵਾਰ ਹੁੰਦੇ ਹੈ ਅਤੇ ਉਹ ਤਾਂ ਡੁੱਬਦੇ ਹੀ ਆ ਨਾ। ਇਸ ਕਰਕੇ ਗੁਰੂ ਕੀ ਸਿੱਖੀ ਨੂੰ ਧਾਰਨ ਕੀਤਾ ਤਾਂ ਗੁਰੂ ਕਾ ਸਿੱਖ ਬਣ ਕੇ ਹੀ ਰਹੇ। ਜੇ ਕਿਸੇ ਹੋਰ ਮਜ਼ਹਬ ਨੂੰ ਮੰਨਦਾ ਹੈ ਤਾਂ ਉਹ ਆਪਣੇ ਮਜ਼ਹਬ ਦੇ ਵਿੱਚ ਪੱਕਾ ਰਹੇ। ਸੋ ਦੋ ਪਾਸੇ ਨਹੀਂ। ਸਤਿਗੁਰੂ ਜੀ ਕਹਿੰਦੇ ਜਿਹੜਾ ਮੇਰਾ ਕੋਈ ਐਸਾ ਸਿੱਖ ਹੈ, ਕਹਿੰਦੇ ਉਹ ਗੁਰੂ ਕਾ ਸਿੱਖ ਵੀ ਕਹਾਉਂਦਾ ਹੈ
ਤੇ ਭਰਮ ਭੁਲੇਖਿਆਂ ਦੇ ਵਿੱਚ ਪਿਆ ਹੋਇਆ, ਹੋਰ ਪੂਜਾ ਦੇ ਵਿੱਚ ਵੀ ਲੱਗਿਆ ਹੋਇਆ ਹੈ। ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਲ ਨਾ ਜਾਈ। ਇਹ ਸਤਿਗੁਰਾਂ ਦਾ ਮਹਾਵਾਕ ਹੈ। ਪਰ ਜੇ ਕਹਿੰਦੇ ਕੋਈ ਇਸ ਤਰ੍ਹਾਂ ਦਾ ਕਰਮ ਕਰਦਾ ਹੈ ਤੇ ਪਾਪੀ ਸੋਏ, ਕਹਿੰਦੇ ਉਹ ਪਾਪੀ ਹੈ, ਗੁਨਾਹੀ ਹੈ। ਰਹਿ ਪਰਕਾਰ ਨਮ ਸਿੱਖ ਹੈ, ਸਹਿਜੇ ਚਰਨੀ ਖੰਡ। ਸਤਿਗੁਰੂ ਜੀ ਕਹਿੰਦੇ ਮੇਰੇ 3 ਪ੍ਰਕਾਰ ਦੇ ਸਿੱਖ ਹੈ। 3 ਪ੍ਰਕਾਰ ਦੀ ਸਿੱਖੀ ਗੁਰੂ ਘਰ ਦੇ ਵਿੱਚ ਪ੍ਰਚਲਿਤ ਹੈ। ਸੋ ਉਹਨਾਂ ਦੇ ਵਿੱਚੋਂ ਕਹਿੰਦੇ ਸਹਿਜੀ, ਚਰਨੀ ਤੇ ਖੰਡ। ਸਹਿਜੀ ਜਿਵੇਂ ਆਪਾਂ ਵਿਚਾਰ ਕੀਤੀ ਹੈ ਵੀ ਜਿਹੜੇ ਸਹਿਜਧਾਰੀ ਹੈ, 10 ਪਾਤਸ਼ਾਹੀਆਂ ਦੇ ਉੱਤੇ, ਉਹਨਾਂ ਦੀ ਬਾਣੀ ਉੱਤੇ, ਉਹਨਾਂ ਦੇ ਬਚਨਾਂ ਦੇ ਉੱਤੇ ਪੂਰਨ ਵਿਸ਼ਵਾਸ ਰੱਖਦੇ ਆ, ਹੋਰ ਕੋਈ ਪੂਜਾ ਅਰਚਨਾ ਨਹੀਂ ਕਰਦੇ, ਸਹਿਜੇ ਸਹਿਜੇ ਸਿੱਖੀ ਨੂੰ ਧਾਰਨ ਕਰੀ ਜਾ ਰਹੇ ਹੈ। ਨਿਤਾ ਪ੍ਰਤੀ ਗੁਰੂ ਕਾ ਕੋਈ ਨਾ ਕੋਈ ਬਚਨ ਮੰਨਦੇ ਹੈ, ਗੁਰੂ ਕੀ ਆਗਿਆ ਨੂੰ ਸੱਤ ਕਰਕੇ ਮੰਨਦੇ ਆ। ਅੱਗੋਂ ਆਪਣੀਆਂ ਦਲੀਲਾਂ ਨਹੀਂ ਕੱਢਦੇ ਵੀ ਫਿਰ ਕੀ ਹੋ ਗਿਆ ਵੀ ਜੇ ਕੇਸ ਕਟਾ ਲਏ। ਅਤੇ ਕਈ ਆਪਣੇ ਵੱਲੋਂ ਵੀ ਦਲੀਲਾਂ ਕੱਢਦੇ ਆ ਨਾ, ਕਹਾਉਣਗੇ ਵੀ ਅਸੀਂ ਸਹਿਜਧਾਰੀ ਸਿੱਖ ਹੈ, ਪਰ ਆਖਣਗੇ ਵੀ ਜੇ ਕੇਸ ਦਾੜੀ ਰੱਖ ਕੇ ਇਹਨੂੰ ਕਿਹੜਾ ਬੇਰ ਲੱਗਣੇ ਆ। ਵੀ ਪੁੱਛਣ ਵਾਲਾ ਹੋਵੇ ਉਹਨਾਂ ਤੋਂ ਵੀ ਤੁਸੀਂ ਕਿੰਨੇ ਕੁ ਪੜ੍ਹੇ ਲਿਖੇ ਹੋ, ਕਹਿਣਗੇ ਜੀ ਅਸੀਂ ਬਹੁਤ ਪੜ੍ਹੇ ਲਿਖੇ ਹੈ, ਅਸੀਂ PhD ਕੀਤੀ ਹੈ, ਅਸੀਂ MA ਕੀਤੀ, ਅਸੀਂ BA ਕੀਤੀ ਹੈ। ਅਤੇ ਫਿਰ ਉਹਨਾਂ ਨੂੰ ਸਮਝਾਉਣ ਦੇ ਲਈ ਕਹਿਣਾ ਪੈਂਦਾ ਵੀ ਭਲੇ ਪੁਰਸ਼ੋ, ਇਹ ਤਾਂ ਬੱਚੇ ਨੂੰ ਪੁੱਛ ਲਓ, ਉਹਨੂੰ ਵੀ ਪਤਾ ਵੀ ਬੇਰੀਆਂ 'ਤੇ ਲੱਗਦੇ ਹੁੰਦੇ ਆ, ਕਦੇ ਦਾੜੇ 'ਤੇ ਥੋੜ੍ਹੀ ਲੱਗਦੇ ਆ। ਹਾਂ, ਜੇ ਤੁਸੀਂ ਪੁੱਛਦੇ ਹੋ ਵੀ ਦਾੜੇ ਕੇਸਾਂ ਨੂੰ ਕੀ ਲੱਗਣਾ, ਇਹ ਭਾਈ ਤਾਰੂ ਸਿੰਘ ਨੂੰ ਪੁੱਛੋ, ਉਹ ਦੱਸਣਗੇ ਵੀ ਇਹਨਾਂ ਦਾੜੇ ਕੇਸਾਂ ਨੂੰ ਗੁਰੂ ਕੀ ਸਿੱਖੀ ਲੱਗਦੀ ਹੈ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਇਹਨਾਂ ਦਾੜੇ ਕੇਸਾਂ ਨੂੰ ਗੁਰੂ ਕੀ ਸਿੱਖੀ ਲੱਗਦੀ ਹੈ, ਗੁਰੂ ਕਾ ਸਿਦਕ ਲੱਗਦਾ ਹੈ। ਭਾਈ ਮਣੀ ਸਿੰਘ ਜੀ ਨੂੰ ਪੁੱਛੋ, ਬਾਬਾ ਬੰਦਾ ਸਿੰਘ ਬਹਾਦਰ ਨੂੰ ਪੁੱਛੋ, ਇਹਨਾਂ ਕੇਸਾਂ ਦਾੜਿਆਂ ਨੂੰ ਲੱਗਦਾ ਕੀ ਹੈ, ਅਤੇ ਉਹ ਦੱਸਣਗੇ ਵੀ ਇਹਨਾਂ ਨੂੰ ਗੁਰੂ ਕੀ ਸਿੱਖੀ, ਗੁਰੂ ਕੀਆਂ ਬਖਸ਼ਿਸ਼ਾਂ ਲੱਗਦੀਆਂ। ਅਤੇ ਐਵੇਂ ਜਿਹੜਾ ਆਪਣੀਆਂ ਦਲੀਲਾਂ ਘੜ ਕੇ ਅਤੇ ਬਹਿਸ ਮੁਬਾਸੇ ਦੇ ਵਿੱਚ ਪਵੇ, ਗੁਰੂ ਕੀ ਜਿਹੜੀ ਮੱਤ ਨੂੰ ਚੈਲੰਜ ਕਰੇ। ਕਿਉਂਕਿ ਸਤਿਗੁਰ ਨੇ ਆਖਿਆ ਨਾ, ਗੁਰ ਕੀ ਮੱਤ ਤੂੰ ਲੇਹੇ ਇਹ ਅੰਨੇ, ਗੁਰੂ ਦੀ ਮੱਤ ਲੈ ਲੈ। ਕਿਉਂਕਿ ਗੁਰੂ ਦੀ ਮੱਤ ਲਏ ਤੋਂ ਬਿਨਾਂ ਵੱਡੇ ਵੱਡੇ ਸਿਆਣੇ ਕਹਾਉਣ ਵਾਲੇ ਡੁੱਬ ਗਏ ਹੈ। ਜਿਹੜਾ ਆਪਣੇ ਮਨ ਦੀ ਮੱਤ ਚੱਕੀ ਫਿਰੇ, ਆਪ ਸਿਆਣਾ ਕਹਾਵੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਹਿਜਧਾਰੀ ਨਹੀਂ। ਜਿਹੜਾ ਸਹਿਜੇ ਸਹਿਜੇ ਗੁਰੂ ਕੀ ਸਿੱਖਿਆ ਨੂੰ ਮੰਨ ਰਿਹਾ ਉਹ ਕਹਿੰਦੇ ਸਹਿਜਧਾਰੀ ਹੈ। ਇੱਕ ਤਾਂ ਹੈ ਸਹਿਜਧਾਰੀ, ਦੂਸਰਾ ਹੈ ਚਰਨੀ, ਜਿਹਨੇ ਚਰਨ ਪਾਹੁਲ ਲਈ ਹੋਈ ਹੈ, ਗੁਰੂ ਕੇ ਚਰਨੀ ਲੱਗਿਆ ਹੋਇਆ। ਜਿਵੇਂ 1699 ਦੀ ਵਿਸਾਖੀ ਤੋਂ ਪਹਿਲਾਂ ਇਹ ਗੁਰੂ ਘਰ ਦੇ ਵਿੱਚ ਮਰਿਆਦਾ ਚੱਲਦੀ ਸੀ ਚਰਨ ਪਾਹੁਲ ਦੀ। ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਰਹੁ ਰੀਤੀ ਦੇ ਮੁਤਾਬਕ ਗੁਰੂ ਕੀ ਸਿੱਖੀ ਅੱਗੇ ਬਖਸ਼ ਦਿੰਦੇ ਸਨ। ਅਤੇ ਤੀਸਰਾ ਹੈ ਖੰਡ, ਜਿਹਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ। ਸੋ ਇਸ ਪ੍ਰਕਾਰ 3 ਪ੍ਰਕਾਰ ਦੇ ਸਿੱਖ ਹਨ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਕੇਸਾਧਾਰੀ ਸਿੱਖ ਹਨ ਨਾ, ਤਿੰਨੋਂ ਕਰੈ ਬਹੰਡ, 3 ਪ੍ਰਕਾਰ ਦੀ ਸਿੱਖੀ ਦੇ ਵਿੱਚ ਪੂਰਨ ਹੋ ਜਾਂਦੇ ਆ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦੇ ਹਨ। ਕਹਿੰਦੇ ਜਿਹੜਾ ਰਹਿਤ ਰੱਖਦਾ ਹੈ, ਰਹਿਤ ਮਰਿਆਦਾ ਦਾ ਪਾਲਣ ਕਰਦਾ, ਗੁਰੂ ਕੇ ਬਚਨਾਂ ਨੂੰ ਭਲੇ ਪ੍ਰਕਾਰ ਕਰਕੇ ਮੰਨਦਾ, ਜੀਵਨ ਵਿੱਚ ਧਾਰਨ ਕਰਦਾ, ਉਹ ਮੇਰਾ ਪਿਆਰਾ ਹੈ। ਔਰ ਜਿਹੜਾ ਗੁਰੂ ਦੀ ਆਇਸ ਆਗਿਆ ਵਿੱਚ, ਗੁਰੂ ਕੇ ਹੁਕਮ ਵਿੱਚ ਦਿਨ ਰਾਤ ਰਹਿੰਦਾ ਹੈ, ਵਿਚਰਦਾ, ਜ਼ਿੰਦਗੀ ਬਤੀਤ ਕਰਦਾ ਹੈ। ਹਾਂ, ਪਹਿਰ ਰਾਤ ਰਹਿੰਦੀ ਭਾਵ ਅੰਮ੍ਰਿਤ ਵੇਲੇ ਜਿਹੜਾ ਉੱਠ ਕੇ ਇਸ਼ਨਾਨ ਕਰਦਾ ਹੈ। ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾਰ ਨਾਮ ਧਿਆਵੈ। ਸੋ ਐਸਾ ਜਿਹੜਾ ਗੁਰੂ ਕਾ ਸਿੱਖ ਹੈ, ਔਰ ਸੁੱਚ ਸੰਜਮ ਕਰਕੇ ਸੁੱਚ ਪਵਿੱਤਰਤਾ ਵੀ ਰੱਖਦਾ ਹੈ, ਸੰਜਮੀ ਜੀਵਨ ਰੱਖਦਾ ਹੈ, ਔਰ ਸਾਵਧਾਨ ਹੋ ਕੇ ਇਕਾਗਰ ਹੋ ਕੇ ਜਿਹੜਾ ਗੁਰੂ ਚਰਨਾਂ ਵਿੱਚ ਜੁੜਦਾ ਹੈ। ਜਪਜੀ ਸਾਹਿਬ ਤੋਂ ਆਦਿ ਲੈ ਕਰਕੇ ਜਪਜੀ ਸਾਹਿਬ, ਜਾਪ ਸਾਹਿਬ ਸਵਾਈਏ, ਚੌਪਈ ਸਾਹਿਬ, ਸੰਪੂਰਨ ਆਨੰਦ ਸਾਹਿਬ, ਇਸੇ ਪ੍ਰਕਾਰ ਸ਼ਾਮ ਨੂੰ ਸੰਪੂਰਨ ਰਹਿਰਾਸ ਸਾਹਿਬ, ਚੌਪਈ ਸਾਹਿਬ ਦੋਹਰਿਆਂ ਵਾਲੀ, ਇਸੇ ਤਰ੍ਹਾਂ ਮੁੰਦਾਵਣੀ ਦੇ ਸ਼ਬਦ ਅਤੇ ਜਿਹੜੀ ਸੰਪੂਰਨ ਰਹਿਰਾਸ, ਕੀਰਤਨ ਸੋਹਿਲਾ ਰੱਖਿਆ ਦੇ ਸ਼ਬਦ, ਆਰਤੀ ਇਤਿਆਦਿਕ ਗੁਰੂ ਕੀਆਂ ਬਾਣੀਆਂ ਦਾ ਜਾਂ ਹੋਰ ਇਸ ਤੋਂ ਵਧੇਕ ਕੋਈ ਆਸਾ ਦੀ ਵਾਰ, ਸੁਖਮਨੀ ਸਾਹਿਬ, ਜਪਜੀ ਸਾਹਿਬ ਤੋਂ ਪ੍ਰਾਰੰਭ ਕਰਕੇ ਬਾਕੀ ਹੋਰ ਜਿੰਨੀ ਵੀ ਬਾਣੀ ਹੈ ਜਿਹੜਾ ਗੁਰੂ ਕਾ ਸਿੱਖ ਜਾਪ ਕਰਦਾ ਹੈ।
ਤੇ ਜਿਹੜਾ ਕਹਿੰਦੇ ਗੁਰਮੁਖੀ ਪੜ੍ਹਦਾ ਹੋਰ ਤਰ੍ਹਾਂ ਦੇ ਠਾਠੇ ਬਾਠੇ ਤਿਆਗ ਕੇ, ਹੋਰ ਤਰ੍ਹਾਂ ਦੀਆਂ ਬਨੌਟਾਂ ਨੂੰ ਤਿਆਗ ਕੇ ਗੁਰਮੁਖੀ ਸਿੱਖਦਾ ਹੈ। ਸਰੋਤਿਆਲ ਸਤਿਗੁਰ ਵਾਕਨ ਧਾਰੈ। ਹਾਂ, ਸਰੁੱਤ ਜਿਹੜੀਆਂ ਧਾਰਮਿਕ ਪੁਸਤਕਾਂ ਹਨ, ਗੁਰਸਿੱਖੀ ਦੀਆਂ, ਰਹਿਤ ਮਰਿਆਦਾ ਦੀਆਂ ਪੁਸਤਕਾਂ ਹਨ, ਭਾਈ ਨੰਦ ਲਾਲ ਜੀ ਦੀ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ, ਦਸਮ ਗ੍ਰੰਥ ਸਾਹਿਬ ਦੀ ਬਾਣੀ, ਇਸੇ ਪ੍ਰਕਾਰ ਜੋ ਸਾਡੇ ਇਤਿਹਾਸਕ ਸਰੋਤ ਹਨ, ਧਾਰਮਿਕ ਪੁਸਤਕ ਹਨ, ਉਹਨਾਂ ਨੂੰ ਪੜ੍ਹਦਾ ਹੈ ਔਰ ਗੁਰੂ ਕੇ ਬਚਨਾਂ ਨੂੰ, ਗੁਰੂ ਕੀ ਬਾਣੀ ਨੂੰ ਧਾਰਨ ਕਰਦਾ ਹੈ। ਔਰ ਬਿਆਦ ਸਮ ਸਗਰੀ ਤਾਰੈ। ਤੇ ਇਸ ਤੋਂ ਬਿਨਾਂ ਕਹਿੰਦੇ ਹੋਰ ਜੇਕਰ ਕੋਈ ਕੱਚੀ ਬਾਣੀ ਕਿਸੇ ਨੇ ਬਣਾਈ ਹੋਈ ਹੈ, ਕਿਉਂਕਿ ਅੱਜ ਕੱਲ੍ਹ ਕੱਚੇ ਗੁਰੂ ਬਹੁਤ ਕੱਚੀਆਂ ਬਾਣੀਆਂ ਬਣਾਉਂਦੇ ਆ ਨਾ, ਤੇ ਸਤਿਗੁਰੂ ਜੀ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੂਆ, ਉਹ ਮੁਕਤੀ ਨਹੀਂ ਬਖਸ਼ ਸਕਦੇ। ਆਪੋ ਆਪਣੀ ਉਹਨਾਂ ਨੇ ਪ੍ਰਸ਼ੰਸਾ ਦੇ ਵਿੱਚ ਆਪਣੇ ਚੇਲਿਆਂ ਕੋਲੋਂ ਜਾਂ ਆਪ ਉਹਨਾਂ ਨੇ ਕੁਝ ਕਵਿਤਾਵਾਂ ਲਿਖੀਆਂ ਹੁੰਦੀਆਂ, ਤੇ ਉਹ ਕਵਿਤਾਵਾਂ ਵੀ ਅਸ਼ਲੀਲ ਗੀਤਾਂ ਦੀਆਂ ਤਰਜ਼ਾਂ ਦੇ ਉੱਤੇ, ਤੇ ਕਹਿੰਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਕੱਚੀਆਂ ਬਾਣੀਆਂ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਜਿਹੜੀ ਗੱਲ ਬਾਤ, ਜਿਹੜੀ ਬਾਣੀ, ਜਿਹੜੇ ਬਚਨ, ਜਿਹੜੀ ਰਚਨਾ ਸਾਨੂੰ ਸਤਿਗੁਰੂ ਜੀ ਤੋਂ ਤੋੜ ਕੇ ਹੋਰ ਪਾਸੇ ਲਾਉਂਦੀ ਹੈ, ਉਹਨੂੰ ਕੱਚੀ ਬਾਣੀ ਆਖਿਆ ਜਾਂਦਾ ਹੈ। ਤੇ ਜਿਹੜੀ ਗੁਰੂ ਘਰ ਦੇ ਨਾਲ ਜੋੜਦੀ ਹੈ ਗੱਲਬਾਤ, ਉਹ ਗੁਰਮੁਖ ਪਿਆਰੇ, ਉਹ ਪੱਕੀ ਬਾਣੀ ਹੈ। ਉਹ ਚਾਹੇ ਤੁਸੀਂ ਸ਼ਬਦ ਜੋਟੀਆਂ ਦੇ ਧਾਰਨਾ ਪੜ੍ਹ ਲਓ, ਚਾਹੇ ਕਥਾ ਲਾ ਲਓ, ਕਵਿਸ਼ਰੀ ਲਾ ਲਓ, ਢਾਡੀ ਵਾਰਾਂ ਲਾ ਲਓ, ਹੈ ਤਾਂ ਮਨੁੱਖਾਂ ਨੇ ਰਚੀਆਂ ਹੋਈਆਂ, ਪਰ ਉਹ ਗੁਰੂ ਚਰਨਾਂ ਦੇ ਨਾਲ ਜਦੋਂ ਪੂਰੇ ਗੁਰੂ ਦੇ ਨਾਲ, ਪੱਕੇ ਗੁਰੂ ਦੇ ਨਾਲ ਜੋੜਦੀ ਹੈ, ਪੱਕੇ ਦਰ ਦੇ ਉੱਤੇ ਜੋੜਦੀ ਹੈ, ਇਸ ਕਰਕੇ ਉਹਨੂੰ ਵੀ ਆਪਾਂ ਪੱਕੀ ਬਾਣੀ ਕਹਿੰਦੇ ਹਾਂ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰ ਕਿਸੇ ਦੇ ਵਾਕਾਂ ਨੂੰ, ਹੋਰ ਜਿਹੜੀਆਂ ਕੱਚੀਆਂ ਬਾਣੀਆਂ ਹਨ, ਉਹਨਾਂ ਨੂੰ ਵਿਆਧ ਸਮ, ਬਿਮਾਰੀ ਦੇ ਸਮਾਨ ਜਾਣੇ। ਨਹੀਂ ਪਾਰਸੀ ਅਰਬੀ ਪੜ੍ਹੈ। ਇਸੇ ਪ੍ਰਕਾਰ ਜਿਹੜਾ ਗੁਰੂ ਕਾ ਸਿੱਖ ਹੈ, ਕਹਿੰਦੇ ਨਹੀਂ ਪਾਰਸੀ ਅਰਬੀ ਪੜ੍ਹੈ। ਅਰਬੀ ਅਤੇ ਫਾਰਸੀ ਕਹਿੰਦੇ ਉਹ ਨਾ ਪੜ੍ਹੇ। ਕਿਸ ਕੰਡੀਸ਼ਨ ਦੇ ਵਿੱਚ, ਕਿਸ ਹਾਲਤ ਦੇ ਵਿੱਚ? ਹਾਲਾਂਕਿ ਸਤਿਗੁਰੂ ਨੇ ਤਾਂ ਇਹ ਬਚਨ ਕੀਤੇ ਹੈ ਕਿ ਗਿਆਨ ਜਿੱਥੋਂ ਵੀ ਮਿਲਦਾ ਹੈ ਉੱਥੋਂ ਲੈ ਲੈਣਾ ਚਾਹੀਦਾ ਹੈ। ਗੁਰਮੁਖੀ ਸਿੱਖਣੀ ਲਾਜ਼ਮੀ ਹੈ, ਤੇ ਹੋਰ ਭਾਸ਼ਾਵਾਂ ਦਾ ਗਿਆਨ ਵੀ ਗੁਰੂ ਕੇ ਸਿੱਖ ਨੂੰ ਹੋਵੇ, ਕਿਉਂਕਿ ਜੇ ਹੋਰ ਭਾਸ਼ਾਵਾਂ ਅਰਬੀ ਫਾਰਸੀ ਨਹੀਂ ਪੜ੍ਹਿਆ ਹੋਵੇਗਾ ਤੇ ਫਿਰ ਜ਼ਫਰਨਾਮਾ ਸਾਹਿਬ ਕਿਵੇਂ ਪੜ੍ਹੇਗਾ, ਕਿਵੇਂ ਸਮਝ ਆਏਗੀ? ਉਹ ਤਾਂ ਹੈ ਹੀ ਫਾਰਸੀ ਦੇ ਵਿੱਚ ਹੈ। ਤੋ ਸਤਿਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਵੀ ਅਨੇਕਾਂ ਭਾਸ਼ਾਵਾਂ ਹੈਗੀਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਵੀ, ਦਸਮ ਗ੍ਰੰਥ ਸਾਹਿਬ ਦੇ ਵਿੱਚ ਵੀ। ਸੋ ਜੇ ਹੋਰ ਭਾਸ਼ਾਵਾਂ ਗੁਰੂ ਕਾ ਸਿੱਖ ਨਹੀਂ ਪੜ੍ਹੇਗਾ, ਅਰਬੀ ਫਾਰਸੀ ਨਹੀਂ ਪੜ੍ਹੇਗਾ, ਤੇ ਫਿਰ ਅਰਬੀ ਫਾਰਸੀ ਦੇ ਸਾਹਿਤ ਨੂੰ ਜਾਂ ਗੁਰੂ ਕੀ ਬਾਣੀ ਦੇ ਵਿੱਚ ਜੋ ਅਰਬੀ ਫਾਰਸੀ ਦੇ ਲਫ਼ਜ਼ ਹੈ, ਅਲਫਾਜ਼ ਆਏ ਹੈ, ਉਹਨਾਂ ਦੀ ਉਹਨੂੰ ਸੋਝੀ ਕਿਵੇਂ ਆਵੇਗੀ? ਜਾਪ ਸਾਹਿਬ ਦੇ ਅਰਥ ਕਿਵੇਂ ਸਮਝੇਗਾ? ਸੋ ਇੱਥੇ ਜਿਹੜਾ ਕਹਿਣ ਦਾ ਭਾਵ ਇਹ ਹੈ ਕਿ ਅਰਬੀ ਅਤੇ ਫਾਰਸੀ ਜਿਹੜੀ ਹੈ ਉਹ ਮੁਸਲਮਾਨਾਂ ਦੀ, ਤੁਰਕਾਂ ਦੀ ਖੁਸ਼ਾਮਦ ਵਾਸਤੇ ਨਾ ਪੜ੍ਹੇ, ਕਿਉਂਕਿ ਉਸ ਵੇਲੇ ਤੁਰਕ ਮੁਲਕ ਦੇ ਹਾਕਮ ਹੁੰਦੇ ਸਨ, ਪਠਾਨ ਜਿਹੜੇ ਸਨ ਉਹ ਹਾਕਮ ਹੁੰਦੇ ਸਨ, ਤੇ ਉਹ ਹਾਕਮਾਂ ਦੀ ਬੋਲੀ ਸੀ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਾਕਮਾਂ ਦੀ ਬੋਲੀ ਜਿਹੜੀ ਹੈ ਉਹਨਾਂ ਦੀ ਖੁਸ਼ਾਮਦ ਵਾਸਤੇ ਨਾ ਪੜ੍ਹੇ, ਸੁਣੇ ਆਪਣੇ ਗਿਆਨ ਵਾਸਤੇ ਪੜ੍ਹ ਸਕਦਾ ਹੈ। ਤੇ ਇਸ ਤਰ੍ਹਾਂ ਆਪਣੇ ਮੁਖਾਰ ਬਿੰਦ ਤੋਂ ਨਿੱਤਾ ਪ੍ਰਤੀ ਧੰਨ ਗੁਰੂ, ਵਾਹਿਗੁਰੂ, ਸਤਨਾਮ ਵਾਹਿਗੁਰੂ ਇਸ ਤਰ੍ਹਾਂ ਜਪੇ। ਨਹੀਂ ਤੁਰਕ ਕੋ ਸੀਸ ਨਿਵਾਵੈ। ਹਾਂ, ਤੁਰਕ ਨੂੰ ਕਦੇ ਵੀ, ਸਖੀ ਸਰਵਰੀਆਂ ਨੂੰ ਜਾਂ ਹੋਰ ਜਿਹੜੇ ਤੁਰਕ ਹਨ ਉਹਨਾਂ ਨੂੰ ਸਿਰ ਨਾ ਨਵਾਵੇ। ਨਹਿ ਸੰਗਤ ਬੈਠੇ ਨਹਿ ਖਾਵੈ। ਨਾ ਇਹੋ ਜਿਹੇ ਤੁਰਕਾਂ ਦੀ ਪੂਜਾ ਕਰਨ ਵਾਲਿਆਂ ਦੀ ਸੰਗਤ ਦੇ ਵਿੱਚ ਬੈਠੇ, ਤੇ ਨਾ ਹੀ ਉਹਨਾਂ ਦੇ ਨਾਲ ਬੈਠ ਕੇ ਖਾਣ ਪਾਣ ਕਰੇ। ਚਾਕਰ ਬਨੈ ਜੀਵਕਾ ਹੇਤਾ। ਹਾਂ, ਜੇਕਰ ਕਹਿੰਦੇ ਕੋਈ ਐਸਾ ਸਮਾਂ ਬਣ ਆਵੇ ਕਿ ਆਪਣੀ ਜੀਵਕਾ, ਉਪਜੀਵਕਾ ਦੇ ਵਾਸਤੇ ਨੌਕਰੀ ਚਾਕਰੀ ਕਰਨੀ ਪੈ ਜਾਵੇ ਤੁਰਕਾਂ ਦੀ, ਤੇ ਕਹਿੰਦੇ ਉਸ ਵੇਲੇ ਫਿਰ ਵੀ ਗੁਰੂ ਕਾ ਸਿੱਖ ਸ਼ਸਤਰ ਧਾਰਨ ਕਰਕੇ ਰੱਖੇ। ਇਹ ਨਾ ਹੋਵੇ ਵੀ ਉਹਨਾਂ ਦੇ ਆਖਿਆਂ ਤੇ ਉਤਾਰ ਕੇ ਰੱਖ ਦੇਵੇ। ਗੁਰੂ ਕਾ ਸਿੱਖ ਸੁਚੇਤ ਹੋ ਕੇ, ਸਾਵਧਾਨ ਹੋ ਕੇ ਰਹੇ। ਤੇ ਇਸ ਤਰ੍ਹਾਂ ਜਿਹੜਾ ਮਿੱਤਰ ਦਾ ਪਤਾ ਲੱਗ ਜਾਵੇ ਵੀ ਇਹ ਲੋਭੀ ਹੈ, ਲਾਲਚੀ ਹੈ, ਉਹਦੇ ਕੋਲ ਨਾ ਠਹਿਰੇ, ਉਹਦੇ ਨਾਲ ਸਾਥ ਨਾ ਰੱਖੇ। ਸਿੱਖ ਪਹਾੜੀ ਕਰੇ ਨਾ ਪ੍ਰੀਤਾ। ਤੇ ਗੁਰੂ ਕਾ ਸਿੱਖ ਆ ਜਿਹੜਾ ਪਹਾੜੀਆਂ ਦੇ ਨਾਲ, ਜਿਵੇਂ ਪਹਾੜੀ ਰਾਜੇ ਸੀ, ਉਹ ਕਸਮਾਂ ਵੀ ਖਾਂਦੇ ਸਨ, ਆਟੇ ਦੀਆਂ ਗਊਆਂ ਬਣਾ ਕੇ, ਫਿਰ ਵੀ ਛਲ ਫਰੇਬ ਧੋਖਾ ਕਰਦੇ ਸਨ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੇ ਜਿਹੜੇ ਵਿਸ਼ਵਾਸਘਾਤੀ ਬੰਦੇ ਆ ਨਾ, ਇਹ ਪਹਾੜੀਏ,
ਇਹਨਾਂ ਦੇ ਨਾਲ ਵੀ ਪ੍ਰੀਤੀ ਪ੍ਰੇਮ ਨਾ ਕਰੇ। ਚਾਰ ਵਰਨ ਸੋ ਵਰਤੈ ਐਸੇ। ਹਾਂ, ਬਾਕੀ ਜਿਹੜੇ ਚਾਰੇ ਵਰਨ ਹਨ, ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼, ਉਹਨਾਂ ਦੇ ਵਿੱਚ ਇਸ ਪ੍ਰਕਾਰ ਵਰਤੇ। ਸੁਨੋ ਸਿੱਖ ਮਮ ਬਚ ਹੈ ਜੈਸੇ। ਸੁਣੋ ਗੁਰੂ ਕੇ ਸਿੱਖੋ, ਜਿਸ ਤਰ੍ਹਾਂ ਮੇਰੇ ਬਚਨ ਹਨ। ਬਾਹਮਣ ਚਰਨ ਪਉਲੀ ਹੋਵੇ। ਹਾਂ, ਕਹਿੰਦੇ ਗੁਰੂ ਕੇ ਸਿੱਖੋ, ਤੁਸੀਂ ਸਵਾਲ ਕੀਤਾ ਵੀ ਗੁਰੂ ਕਾ ਸਿੱਖ ਦਾਨ ਕਿਹਨੂੰ ਦੇਵੇ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਔਰ ਹੁਣ ਤੱਕ ਵੀ ਜ਼ਿਆਦਾਤਰ ਬ੍ਰਾਹਮਣੀ ਦਾਨ ਜਿਹੜਾ ਦਾਨ ਪੁੰਨ ਹੈ ਉਹ ਲੈਂਦੇ ਦਿੰਦੇ ਆ ਰਹੇ ਆ। ਉਹਨਾਂ ਨੂੰ ਜਿਹੜਾ ਦਾਨ ਪੂਜਾ ਕੀਤੀ ਜਾਂਦੀ ਹੈ। ਸੋ ਸਨਾਤਨ ਮਤੀ ਉਹ ਕਰਦੇ ਆ, ਪਰ ਗੁਰੂ ਕੇ ਸਿੱਖਾਂ ਨੇ ਨਹੀਂ ਕਰਨਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਬ੍ਰਾਹਮਣ ਹੈ, ਬ੍ਰਾਹਮਣ ਚਰਨ ਪਾਹੁਲੀ ਹੋਵੇ। ਕਹਿੰਦੇ ਜਿਹੜਾ ਬ੍ਰਾਹਮਣ ਹੈ ਤੇ ਉਹਨੇ ਚਰਨ ਪਾਹੁਲ ਲੈ ਲਈ, ਗੁਰੂ ਕਾ ਸਿੱਖ ਬਣ ਗਿਆ, ਅੰਮ੍ਰਿਤ ਛਕ ਲਿਆ। ਅਥਵਾ ਸਹਿਜੇ ਸਿੱਖੀ ਜੋਵੈ। ਜਾਂ ਜਿਹੜਾ ਸਹਿਜਧਾਰੀ ਹੈ ਪਰ ਹੈ ਬ੍ਰਾਹਮਣ ਹੈ, ਪਰ ਸਹਿਜੇ ਸਹਿਜੇ ਸਿੱਖੀ ਵਿੱਚ ਪ੍ਰਵੇਸ਼ ਹੋ ਰਿਹਾ ਹੈ। ਮੇਰੋ ਸਿੱਖਿਆਨ ਸਭ ਤਿਆਗੈ। ਮੇਰਾ ਜਿਹੜਾ ਸਿੱਖ ਕਹਿੰਦੇ ਉਹ ਇਸ ਪ੍ਰਕਾਰ ਦਾ ਬ੍ਰਾਹਮਣ ਬਣ ਜਾਏਗਾ ਨਾ, ਕਹਿੰਦੇ ਉਹ ਮੇਰਾ ਸਿੱਖ ਹੋ ਕੇ ਕਹਿੰਦੇ ਆਨ ਸਭ ਤਿਆਗੈ। ਸਭ ਤਰ੍ਹਾਂ ਦੀਆਂ ਕਸਮਾਂ ਸੁਗੰਧਾਂ ਸੋ ਸੌਹਾਂ ਖਾਣੀਆਂ ਇਹਨਾਂ ਦਾ ਤਿਆਗ ਕਰ ਦੇਵੇ। ਭੇਖੀ ਬਾਹਮਣ ਦਾਨ ਨ ਲਾਗੈ। ਹਾਂ, ਕਹਿੰਦੇ ਜਿਹਨੇ ਭੇਖ ਹੀ ਧਾਰਨ ਕੀਤਾ ਹੋਇਆ ਅਸਲ ਸਿੱਖ ਬਣਿਆ ਨਹੀਂ, ਕਹਿੰਦੇ ਇਹੋ ਜਿਹੇ ਬਾਹਮਣ ਨੂੰ ਦਿੱਤਾ ਹੋਇਆ ਦਾਨ ਗੁਰੂ ਕੇ ਸਿੱਖਾਂ ਦਾ ਲੱਗੇਗਾ ਨਹੀਂ। ਨਿਜ ਲੋਭੀ ਨ ਨਿਕਟ ਬੁਲਾਵੈ। ਕਹਿੰਦੇ ਜਿਹੜਾ ਲੋਭੀ ਦਿਜ ਹੈ, ਲੋਭੀ ਬ੍ਰਾਹਮਣ ਹੈ, ਲਾਲਚੀ ਬ੍ਰਾਹਮਣ ਹੈ, ਉਹਨੂੰ ਤਾਂ ਗੁਰੂ ਕਾ ਸਿੱਖ ਨੇੜੇ ਵੀ ਨਾ ਬੁਲਾਵੇ। ਮੇਰੋ ਹੋਇਸ ਮੁਖ ਨ ਲਾਵੈ। ਕਹਿੰਦੇ ਜਿਹੜਾ ਮੇਰਾ ਹੋਏਗਾ ਨਾ, ਮੇਰਾ ਸਿੱਖ ਹੋਵੇਗਾ, ਉਹਨੂੰ ਮੂੰਹ ਨਹੀਂ ਲਾਵੇਗਾ। ਸਰਵਰ ਗੁਗਾ ਆਦਿ ਪੀਰ। ਹਾਂ, ਕਹਿੰਦੇ ਜਿਹੜਾ ਸਖੀ ਸਰਵਰੀਆ, ਧੌਂਕਲੀਆ, ਨਗਾਹੇ ਵਾਲਾ, ਲਾਲਾਂ ਵਾਲਾ ਪੀਰ ਹੈ, ਇਸੇ ਤਰ੍ਹਾਂ ਕਹਿੰਦੇ ਗੁੱਗਾ ਆਦਿਕ ਜਿਹੜੇ ਪੀਰ ਫਕੀਰ ਬਣੇ ਹੋਏ ਹਨ ਆਪੂ। ਨਿਜ ਨਿਜਨੀ ਸੇਵਾ ਹੋਏ ਪੀਰਾ। ਕਹਿੰਦੇ ਜਿਹੜਾ ਬ੍ਰਾਹਮਣ ਜਾਂ ਉਹਦੀ ਘਰ ਵਾਲੀ ਬ੍ਰਾਹਮਣੀ ਕਹਿੰਦੇ ਭੀਰ ਹੋ ਕੇ, ਕਾਇਰ ਹੋ ਕੇ, ਡਰ ਕੇ, ਡਰਦੇ ਮਾਰੇ ਉਹਨਾਂ ਦੀ ਪੂਜਾ ਕਰਦੇ ਹਨ। ਇਸ ਕੀ ਸੰਗਤ ਸਿੱਖ ਨਾ ਬੈਸੇ। ਇਹੋ ਜਿਹਾਂ ਦੀ ਸੰਗਤ ਦੇ ਵਿੱਚ ਗੁਰੂ ਕਾ ਸਿੱਖ ਨਾ ਬੈਠੇ। ਦੇਨੋ ਦਾਨ ਕਹਾਂ ਫਲ ਹੈਸੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਕੋਈ ਗੁਰੂ ਕਾ ਸਿੱਖ ਉਹਨਾਂ ਨੂੰ ਦਾਨ ਦੇਵੇਗਾ ਤੇ ਉਹਨਾਂ ਨੂੰ ਦਾਨ ਦਿੱਤੇ ਦਾ ਕਹਿੰਦੇ ਕਹਾਂ ਫਲ ਹੈਸੇ, ਕਿੱਥੇ ਫਲ ਹੋਵੇਗਾ, ਭਾਵ ਫਲੀ ਭੂਤ ਨਹੀਂ ਹੋਵੇਗਾ ਦਾਨ। ਗੁਰ ਗੁਰ ਸਿੱਖ ਕੀ ਨਿੰਦਾ ਕਰੈ। ਤੇ ਜਿਹੜਾ ਕਹਿੰਦੇ ਕੋਈ ਗੁਰੂ ਦੀ ਨਿੰਦਿਆ ਕਰਦਾ ਹੈ ਜਾਂ ਗੁਰੂ ਦੇ ਸਿੱਖਾਂ ਦੀ ਨਿੰਦਿਆ ਕਰਦਾ ਹੈ, ਇਸ ਦੇਖੋ ਦੇ ਸੋ ਦੁਖ ਭਰੈ। ਕਹਿੰਦੇ ਇਹੋ ਜਿਹੇ ਬ੍ਰਾਹਮਣ ਨੂੰ ਜਿਹੜਾ ਕੋਈ ਹੋਰ ਗੁਰੂ ਕਾ ਸਿੱਖ ਦਾਨ ਦਿੰਦਾ, ਗੁਰੂ ਕੇ ਨਿੰਦਕ ਨੂੰ ਜਾਂ ਗੁਰਸਿੱਖਾਂ ਦੇ ਨਿੰਦਕ ਨੂੰ, ਕਹਿੰਦੇ ਉਹ ਦਾਨ ਦੇਣ ਵਾਲਾ ਵੀ ਦੁੱਖ ਭਰੇਗਾ, ਦੁੱਖਾਂ ਨੂੰ ਪ੍ਰਾਪਤ ਕਰੇਗਾ। ਜੇ ਕੋ ਮੇਰਾ ਹੋਏ ਨ ਸਿੱਖ। ਜਿਹੜਾ ਕੋਈ ਮੇਰਾ ਸਿੱਖ ਨਹੀਂ ਹੋਇਆ, ਇਸ ਬਾਮਣ ਕੋ ਦੇ ਨ ਭਿਖਾ। ਹਾਂ, ਕਹਿੰਦੇ ਇਹੋ ਜਿਹੇ ਬ੍ਰਾਹਮਣ ਨੂੰ ਤਾਂ ਗੁਰੂ ਕਾ ਸਿੱਖ ਭਿਖਿਆ ਵੀ ਨਾ ਦੇਵੇ। ਨਿਜ ਬਿਨ ਕੇਸ ਜੋ ਪਾਹੁਲ ਧਾਰੇ। ਹਾਂ, ਜਿਹੜਾ ਦਿਜ, ਜਿਹੜਾ ਬ੍ਰਾਹਮਣ ਕੇਸ ਤਾਂ ਉਹਨੇ ਰੱਖੇ ਹੋਏ ਐ ਤੇ ਪਾਹੁਲ ਨਾ ਧਾਰੇ, ਜਿਹੜਾ ਪਾਹੁਲ ਨਹੀਂ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਦਾ। ਇਸ ਪਖੰਡੀ ਦੂਰ ਨਿਵਾਰੇ। ਇਹੋ ਜਿਹੇ ਪਖੰਡੀ ਬ੍ਰਾਹਮਣ ਨੂੰ ਐਵੇਂ ਜਿਹੜਾ ਭੇਖਾ ਧਾਰੀ ਸਿੱਖ ਬਣਿਆ ਫਿਰਦਾ, ਗੁਰੂ ਕਾ ਸਿੱਖ ਦੂਰ ਨਿਵਾਰੇ, ਦੂਰ ਕਰ ਦੇਵੇ, ਤਿਆਗ ਦੇਵੇ। ਸੋਚ ਸੰਤੋਖ ਰਹਿਤ ਕੋ ਰਾਖਣਾ। ਹਾਂ, ਗੁਰੂ ਕਾ ਸਿੱਖ ਜਿਹੜਾ ਹੈ ਉਹ ਸੁੱਚ ਰੱਖੇ, ਪਵਿੱਤਰਤਾ ਰੱਖੇ ਹਰ ਪ੍ਰਕਾਰ ਕਰਕੇ, ਔਰ ਸੰਤੋਖੀ ਜੀਵਨ ਹੋਵੇ, ਗੁਰੂ ਕੀ ਸਿੱਖੀ ਦੀ ਰਹਿਤ ਨੂੰ ਧਾਰਨ ਕਰੇ। ਧਾਰੈ ਧਰਮ ਸ਼ੁੱਧ ਕਰੈ ਜੋ ਭਾਖਣਾ। ਹਾਂ, ਤੇ ਧਰਮ ਨੂੰ ਧਾਰਨ ਕਰੇ, ਉਹਨਾਂ ਮਹਾਵਾਕਾਂ ਨੂੰ ਜੋ ਧਰਮ ਗ੍ਰੰਥਾਂ ਦੇ ਵਿੱਚ ਲਿਖੇ ਹੋਏ ਹਨ। ਸੋ ਜੋ ਧਰਮ ਗ੍ਰੰਥ ਗੁਰੂ ਕੀ ਬਾਣੀ ਕਹਿੰਦੀ ਹੈ, ਸੋ ਸਾਡੇ ਜੋ ਹੋਰ ਗੁਰੂ ਕੀ ਸਿੱਖੀ ਦੀ ਰਹਿਤ ਮਰਿਆਦਾ ਦੇ ਸਰੋਤ ਹਨ, ਜਿਹੜੇ ਸਾਨੂੰ ਮੰਨਣ ਦੇ ਲਈ ਕਹਿੰਦੇ ਹਨ, ਉਹਨਾਂ ਨੂੰ ਮੰਨੇ, ਧਾਰਨ ਕਰੇ। ਮੇਰੇ ਸਿੱਖਾਂ ਵੇਖ ਕਰ ਦਾਨ ਮੁਕ ਵੇਤਾ। ਹਾਂ, ਕਹਿੰਦੇ ਜਿਹੜਾ ਕੋਈ ਮੇਰੇ ਸਿੱਖਾਂ ਵਾਲਾ ਭੇਸ ਧਾਰਨ ਕਰ ਲੈਂਦਾ ਹੈ, ਗੁਰੂ ਕੇ ਸਿੱਖਾਂ ਨੂੰ ਐਵੇਂ ਭਰਮਾਉਣ ਦੇ ਵਾਸਤੇ ਭੇਖ ਧਾਰੀ ਬਣ ਕੇ ਆ ਜਾਂਦਾ ਵੀ ਮੈਂ ਵੀ ਸਿੱਖ ਹੈ, ਤੇ ਉਹਦੇ ਮਨ ਦੀ ਮਨਸ਼ਾ ਹੁੰਦੀ ਆ ਦਾਨ ਲੂਟ ਬੇਹੇਤ। ਉਹ ਦਾਨ ਪੁੰਨ ਲੈਣ ਵਾਸਤੇ, ਸਿੱਖਾਂ ਨੂੰ ਲੁੱਟਣ ਵਾਸਤੇ ਆਉਂਦਾ ਹੈ। ਧੋਰੇ ਕੇਸ ਵਿਖ ਧਨ ਤਾਜਾ ਕਪਟੀ ਪਾਪੀ ਭੇਦ।
ਤੇ ਕਹਿੰਦੇ ਐਸਾ ਜਿਹੜਾ ਕਹਿੰਦੇ ਉਹਨੇ ਕੇਸ ਵੀ ਧਾਰਨ ਕਰ ਰੱਖੇ ਹੈ, ਤੇ ਮਨ ਦੇ ਵਿੱਚ ਉਹਦੇ ਕਪਟ ਹੈ, ਧੋਖਾ ਫਰੇਬ ਛਲ ਹੈ, ਤੇ ਰਿਖ ਧੰਦ, ਤੇ ਕਹਿੰਦੇ ਉਹ ਇੰਦਰੀਆਂ ਦਾ ਗੁਲਾਮ ਹੈ, ਵਿਸ਼ੇ ਵਿਕਾਰਾਂ ਨੂੰ ਭੋਗਣ ਵਾਲਾ ਲੰਪਟ ਹੈ। ਸੋ ਪਾਪੀ ਕੇਤ ਜਿਹੜਾ ਪਾਪ ਦਾ ਘਰ ਹੈ। ਵਿਪਰ ਵਰਨ ਤਮ ਬੜਾ ਤੀਨ ਦੇਵ ਕੋ ਰੂਪਾ। ਹਾਂ ਕਹਿੰਦੇ ਐਸਾ ਬ੍ਰਾਹਮਣ ਜਿਹੜਾ ਕਹਿੰਦੇ ਲੋਕਾਂ ਦੇ ਵਿੱਚ ਇਹ ਪ੍ਰਚਾਰ ਦਾ ਫਿਰਦਾ ਹੈ ਕਿ ਵਿਪਰ ਵਰਨ ਜਿਹੜਾ ਇਹ ਵੱਡਾ ਵਰਨ ਹੈ, ਵਿਪਰਾਂ ਦੀ ਜਾਤੀ ਬਹੁਤ ਉੱਤਮ ਹੈ ਔਰ ਤਿੰਨ ਦੇਵਤਿਆਂ ਦਾ ਸਰੂਪ ਹੈ। ਸੋ ਕਹਿੰਦੇ ਪਲਟ ਮਜ਼ਹਬ ਪੀਰਨ ਜਜੈ, ਕਹਿੰਦੇ ਆਪਣੇ ਮਜ਼ਹਬ ਤੋਂ ਪਲਟ ਕੇ, ਆਪਣੇ ਮਜ਼ਹਬ ਤੋਂ, ਆਪਣੇ ਧਰਮ ਤੋਂ ਉਲਟ ਜਿਹੜਾ ਕਹਿੰਦੇ ਪੀਰਾਂ ਨੂੰ ਪੂਜਦਾ, ਪੀਰਨ ਜਜੈ, ਪੀਰਾਂ ਫਕੀਰਾਂ ਨੂੰ ਪੂਜਦਾ, ਸੋ ਪਾਪੀ ਪਰੇ ਕੂਪ, ਕਹਿੰਦੇ ਉਹ ਤਾਂ ਪਾਪੀ ਹੈ, ਗੁਨਾਹੀ ਹੈ, ਤੇ ਨਰਕਾਂ ਦੇ ਕੂਪ, ਨਰਕਾਂ ਦੇ ਖੂਹ ਵਿੱਚ ਪਵੇਗਾ। ਹਾਂ ਕਹਿੰਦੇ ਕੇਸਾ ਧਾਰੀ ਹੋ ਕੇ ਭੇਸ ਬਣਾ ਲਿਆ ਸਿੱਖਾਂ ਵਾਲਾ, ਪਰ ਭੇਸ ਕੇਸ ਧਰ ਆਨ ਸਿੱਖ ਪੂਜਤ ਤੁਛਨ ਦੇਵ, ਤੇ ਕਹਿੰਦੇ ਸਿੱਖਾਂ ਵਾਲਾ ਭੇਖ ਧਾਰਨ ਕੀਤਾ ਹੋਇਆ ਤੇ ਤੁੱਛ ਜੇ ਦੇਵਾਂ ਨੂੰ, ਛੋਟੇ ਮੋਟੇ ਦੇਵੀ ਦੇਵਤਿਆਂ ਨੂੰ ਜਿਹੜਾ ਪੂਜਦਾ ਫਿਰਦਾ ਹੈ। ਕਹਿੰਦੇ ਇਹੋ ਜੇ ਬ੍ਰਾਹਮਣ ਨੂੰ ਕਹਿੰਦੇ ਦਾਨ ਨਹੀਂ ਦੇਣਾ ਚਾਹੀਦਾ, ਇੱਥੋਂ ਤੱਕ ਕਿ ਕਹਿੰਦੇ ਉਹਨੂੰ ਤਾਂ ਪਾਣੀ ਵੀ ਨਾ ਦਿਓ, ਮੇਰਾ ਸਿੱਖ ਸੋ ਸੇਵ, ਪਰ ਜਿਹੜਾ ਮੇਰਾ ਸਿੱਖ ਬਣ ਜਾਏ, ਪੂਰਨ ਸਿੱਖੀ ਦੀ ਰਹਿਤ ਵਿੱਚ ਆ ਜਾਵੇ, ਉਹਦੀ ਸਿੱਖਾਂ ਦੀ ਸੇਵਾ ਕਰਨੀ ਯੋਗ ਹੈ। ਕਿਉਂਕਿ ਜਿਹਨੇ ਕੇਸ ਧਾਰਨ ਕਰਕੇ ਭੇਖ ਧਾਰਨ ਕੀਤਾ ਹੋਇਆ, ਸਿੱਖ ਹੋਣ ਦਾ ਦਿਖਾਵਾ ਕਰਦਾ ਨਾ, ਉਹ ਤਾਂ ਕਹਿੰਦੇ ਜੀਵਨ ਕੇ ਤਿਨ ਕਾਜ, ਉਹਨੇ ਤਾਂ ਆਪਣੇ ਜੀਵਨ ਦੇ ਕੰਮਾਂ ਕਾਰਾਂ ਵਾਸਤੇ, ਆਪਣੇ ਮਤਲਬ ਵਾਸਤੇ ਹੀ ਭੇਖ ਧਾਰਿਆ ਹੈ। ਹਾਂ ਕਹਿੰਦੇ ਜਿਹੜਾ ਕੇਸ ਧਾਰਨ ਕਰਕੇ ਇਸ ਤਰ੍ਹਾਂ ਭੇਖ ਦਿਖਾਵਾ ਜਿਹਾ ਕਰਦਾ, ਗੁਰੂ ਦੀ ਸਿੱਖੀ ਨੂੰ ਅਸਲ ਵਿੱਚ ਮੰਨਦਾ ਨਹੀਂ, ਉਹ ਤਾਂ ਕਹਿੰਦੇ ਚੰਡਾਲ ਸਮ, ਉਹ ਤਾਂ ਚੰਡਾਲਾਂ ਵਰਗਾ ਹੈ। ਦੇ ਦਾਨ ਹੋਏ ਪਾਜ, ਜਿਹੜਾ ਕੋਈ ਉਸ ਨੂੰ ਦਾਨ ਦਿੰਦਾ ਤੇ ਕਹਿੰਦਾ ਉਹਦਾ ਦਾਨ ਦਿੱਤਾ ਹੋਇਆ ਵੀ ਪਾਜ ਐਵੇਂ ਬਸ ਵਿਅਰਥਾ ਹੈ। ਗੁਰੂ ਕਾ ਸਿੱਖ ਮੜੀ ਨੂੰ, ਮਸਾਣੀ ਨੂੰ, ਗੋਰਾਂ ਨੂੰ, ਕਬਰਾਂ ਨੂੰ ਕਦੇ ਭੁੱਲ ਕੇ ਵੀ ਨਾ ਮੰਨੇ। ਹੁਣ ਸਤਿਗੁਰਾਂ ਦੇ ਰਹਿਤ ਮਰਿਆਦਾ ਦੇ ਬਚਨ ਆ ਨਾ, ਦੇਖੋ ਸਤਿਗੁਰ ਕਹਿ ਰਹੇ ਆ ਨਾ, ਕਈ ਵਾਰ ਸਾਨੂੰ ਲੱਗਦਾ ਵੀ ਸ਼ਾਇਦ ਪ੍ਰਚਾਰਕ ਆਪਣੇ ਕੋਲੋਂ ਕਹੀ ਜਾਂਦੇ ਆ, ਇਹ ਸਤਿਗੁਰੂ ਜੀ ਦੇ ਬਚਨ ਹੈ, ਇਹ ਇਤਿਹਾਸਕ ਬਚਨ ਹੈ। ਜੇ ਗੁਰਬਾਣੀ ਵਿੱਚੋਂ ਪੜ੍ਹਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜਾਓ, ਮੜਾ ਮਸਾਣ ਨਾ ਜਾਈ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਕਾ ਸਿੱਖ ਇੱਕ ਜਾਗਤ ਜੋਤ ਦਾ ਪੁਜਾਰੀ ਹੋਵੇ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨਾਇਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨਾ ਮੰਨੈ। ਗੁਰੂ ਕਾ ਸਿੱਖ ਕਦੇ ਭੁੱਲ ਕੇ ਵੀ ਨਾ ਮੰਨੇ ਇਹਨਾਂ ਨੂੰ। ਸੋ ਉਹੀ ਕਹਿੰਦੇ ਅਸਲ ਗੁਰੂ ਕਾ ਸਿੱਖ ਹੈ ਜਿਹੜਾ ਮੜੀ ਮਸਾਣੀ ਕਬਰ ਦੀ ਪੂਜਾ ਨਹੀਂ ਕਰਦਾ। ਹਾਂ ਐਵੇਂ ਕਿਸੇ ਨੇ ਭੇਖ ਧਾਰਨ ਕੀਤਾ ਹੋਇਆ, ਇਹੋ ਜਿਹੇ ਭੇਖੇ ਨੂੰ ਦਾਨ ਨਹੀਂ ਦਿੰਦਾ। ਹਾਂ ਜਿੱਥੇ ਕਿਤੇ ਦਾ ਜੈ ਕਹਿ ਦਾ, ਜਿੱਥੋਂ ਕਿੱਥੋਂ ਦਾ, ਜਿਹੜੇ ਕਿਹੜੇ ਦਾ ਐਵੇਂ ਲੈ ਕੇ ਪ੍ਰਸ਼ਾਦ ਨਾ ਛਕੇ। ਹਾਂ ਕਹਿੰਦੇ ਜਿਹੜਾ ਇਹ ਤਿੰਨੇ ਗੱਲਾਂ, ਤਿੰਨੇ ਕੁਰੀਤੀਆਂ ਕਰਦਾ, ਉੱਪਰ ਦੱਸੀਆਂ ਹੋਈਆਂ ਮੜੀਆਂ ਮਸਾਣਾ ਕਬਰਾਂ ਨੂੰ ਵੀ ਪੂਜਦਾ, ਭੇਖੀਆਂ ਨੂੰ ਦਾਨ ਵੀ ਦੇਈ ਜਾਂਦਾ, ਤਾਂ ਇਸੇ ਪ੍ਰਕਾਰ ਜਿੱਥੋਂ ਕਿੱਥੋਂ ਦਾ ਲੈ ਕੇ ਪ੍ਰਸ਼ਾਦ ਵੀ ਛਕੀ ਜਾਂਦਾ। ਸੋ ਕਹਿੰਦੇ ਇਹੋ ਜਿਹਾ ਜਿਹੜਾ ਸਿੱਖ ਹੈ ਸੋ ਬਾਦ, ਕਹਿੰਦੇ ਉਹ ਤਾਂ ਬਾਦ ਵਿਅਰਥ ਹੈ, ਨਿਸਫਲ ਹੈ ਉਹਦਾ ਜੀਵਨ। ਹਾਂ ਬਿਨਾਂ ਸੋਚੇ ਸਮਝੇ, ਬਿਨਾਂ ਗੁਰੂ ਕੀ ਸਿੱਖਿਆ ਨੂੰ ਧਾਰਨ ਕੀਤੇ, ਬਿਨਾਂ ਗੁਰੂ ਕੀ ਮਤ ਨੂੰ ਗ੍ਰਹਿਣ ਕੀਤੇ ਤੋਂ ਕਹਿੰਦਾ ਜਿਹੜਾ ਦੇਵਨ ਕੋ ਜਜੈ, ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਮੈਂ ਇਹੋ ਜਿਹੇ ਬੰਦੇ ਨੂੰ, ਕਹਿੰਦੇ ਇਹੋ ਜਿਹੇ ਸਿੱਖ ਨੂੰ, ਭੇਖਧਾਰੀ ਨੂੰ ਛੱਡ ਦਿੰਦਾ ਹਾਂ, ਮੇਰੇ ਵੱਲੋਂ ਤਾਂ ਉਹ ਛੱਡਿਆ ਗਿਆ, ਤਿਆਗਿਆ ਗਿਆ। ਤੇ ਸਿੱਖ ਮਮ ਤਜੈ, ਜਿਹੜੇ ਮੇਰੇ ਗੁਰੂ ਕੇ ਸਿੱਖ ਹਨ ਉਹ ਵੀ ਛੱਡ ਦੇਣ ਇਹੋ ਜਿਹਿਆਂ ਨੂੰ।
ਜਿਹਨੇ ਮੇਰੀ ਸਿੱਖੀ ਧਾਰਨ ਕਰ ਲਈ ਹੈ, ਮੇਰਾ ਸਿੱਖ ਬਣ ਗਿਆ ਤੇ ਤੀਰਥਾਂ ਦੇ ਉੱਤੇ ਜਾਂਦਾ ਹੈ। ਹਾਂ, ਕਹਿੰਦੇ ਉਹ ਤੀਰਥਾਂ ਦੇ ਉੱਤੇ, ਗੁਰ ਅਸਥਾਨਾਂ ਦੇ ਉੱਤੇ ਜਦੋਂ ਦਰਸ਼ਨ ਦੀਦਾਰੇ ਕਰਨ ਜਾਂਦਾ ਹੈ ਤੇ ਕਹਿੰਦੇ ਉਸ ਵੇਲੇ ਅਥਿਤੀਆਂ ਨੂੰ, ਬ੍ਰਾਹਮਣਾਂ ਨੂੰ ਨਹੀਂ, ਜਿਹੜੇ ਲੋੜਵੰਦ ਹੈ, ਵਾਕਿਆ ਹੀ ਗਰੀਬਵੰਦ ਹੈ, ਗਰੀਬ ਹਨ ਲੋਕ, ਲੋੜਵੰਦ ਹੈ, ਸੋ ਉਹਨਾਂ ਦੀ ਮਦਦ ਕਰੇ, ਉਹਨਾਂ ਨੂੰ ਭੋਜਨ ਪ੍ਰਸ਼ਾਦਾ ਵੀ ਛਕਾਵੇ। ਔਰ ਜਦੋਂ ਕੋਈ ਪੁਰਬ ਹੁੰਦੇ ਹੈ, ਗੁਰਪੁਰਬ ਹੁੰਦੇ ਹੈ, ਉਸ ਵੇਲੇ ਵੀ ਗੁਰੂ ਕਾ ਸਿੱਖ ਜਿਹੜਾ ਕੋਈ ਦਾਨ ਪੁੰਨ ਸਤਿਗੁਰਾਂ ਦੇ ਨਿਮਿਤ, ਸਤਿਗੁਰਾਂ ਦੇ ਅਵਤਾਰ ਦਿਹਾੜਿਆਂ ਦੀ ਖੁਸ਼ੀ ਦੇ ਵਿੱਚ ਕਹਿੰਦੇ ਕੋਈ ਦਾਨ ਪੁੰਨ ਕਰੇ, ਕਹਿੰਦੇ ਉਹਨੂੰ ਦੇਵੇ ਜਿਹੜਾ ਗੁਰੂ ਦੇ ਉੱਤੇ ਵਿਸ਼ਵਾਸ ਰੱਖਣ ਵਾਲਾ। ਜਿਹਦਾ ਗੁਰੂ ਉੱਤੇ ਵਿਸ਼ਵਾਸ ਹੀ ਨਹੀਂ, ਉਹਨਾਂ ਨੂੰ ਦਾਨ ਪੁੰਨ ਦਿੱਤਾ ਹੋਇਆ ਕਹਿੰਦੇ ਗੁਰੂ ਕੇ ਸਿੱਖਾਂ ਦਾ ਫਲਦਾ ਨਹੀਂ। ਗੁਰ ਵਿਸ਼ਵਾਸੀ ਜਾਂ ਗੁਰੂ ਸਥਾਨ, ਜਿਹੜਾ ਗੁਰੂ ਦੇ ਸਥਾਨ ਦੇ ਉੱਤੇ ਸੇਵਾ ਕਰਨ ਵਾਲਾ ਸੇਵਾਦਾਰ ਹੈ, ਉਹਨਾਂ ਨੂੰ ਗੁਰੂ ਕਾ ਸਿੱਖ ਦਾਨ ਪੁੰਨ ਦੇਵੇ। ਹਾਂ, ਤੀਰਥਾਂ ਦੇ ਉੱਤੇ ਜਾ ਕੇ ਪਾਂਡਿਆਂ ਨੂੰ ਨਾ ਲੱਭਦਾ ਫਿਰੇ, ਪੰਡਤਾਂ ਨੂੰ ਨਾ ਲੱਭਦਾ ਫਿਰੇ, ਬ੍ਰਾਹਮਣਾਂ ਨੂੰ ਮੈਂ ਇਹਨਾਂ ਨੂੰ ਦਾਨ ਦੇਣਾ ਹੈ। ਹਾਂ, ਜਿਹੜੇ ਕਹਿੰਦੇ ਭੇਖ ਜਾਂ ਧਾਰਨ ਕਰਕੇ ਆਉਂਦੇ ਆ, ਬਨ ਆਵੈ ਆਂਡੇ, ਆਂਡਿਆਂ ਦੀ ਸ਼ੇਪ ਵਰਗੇ, ਆਂਡਿਆਂ ਦੀ ਸ਼ਕਲ ਦੇ, ਜਿਨ੍ਹਾਂ ਨੇ ਮੱਥੇ ਦੇ ਉੱਤੇ ਵੱਡੇ ਵੱਡੇ ਤਿਲਕ ਲਾਏ ਹੁੰਦੇ ਹਨ। ਗੁਰੂ ਕਾ ਸਿੱਖ ਕਹਿੰਦੇ ਇਹ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਵੀ ਇਉਂ ਰਹੇ ਜਿਵੇਂ ਇਕਾਂਤਵਾਸ ਹੁੰਦਾ ਹੈ। ਪ੍ਰੀਤ ਜਨ ਦੂਰ, ਸੰਸਾਰ ਦੇ ਲੋਕਾਂ ਵਿੱਚ ਰਹੇ, ਆਪਣੇ ਫਰਜ਼ ਨਿਭਾਵੇ, ਪਰ ਉਹਨਾਂ ਦੀ ਪ੍ਰੀਤੀ ਦੇ ਵਿੱਚ, ਉਹਨਾਂ ਦੇ ਮੋਹ ਵਿੱਚ ਨਾ ਫਸੇ। ਸੋ ਜਿਹੜੀ ਮੇਰੀ ਵਿਚਾਰ ਹੈ, ਮੇਰੇ ਵਿਚਾਰ ਹਨ, ਗੁਰੂ ਕੇ ਬਚਨ ਹਨ, ਸੋ ਉਹਨਾਂ ਨੂੰ ਨਿੱਤਾ ਪ੍ਰਤੀ ਹਿਰਦੇ ਦੇ ਵਿੱਚ ਭਰਪੂਰ, ਪਰਿਪੂਰਨ ਤਰੀਕੇ ਦੇ ਨਾਲ ਅਪਣਾਵੇ। ਮੇਰਾ ਗੁਰੂ ਕਾ ਸਿੱਖ ਦੂਸਰੇ ਸਿੱਖਾਂ ਨੂੰ ਹੋਈ ਭੋਜਨ ਪ੍ਰਸ਼ਾਦਾ ਛਕਾਵੇ। ਹਾਂ, ਕਹਿੰਦੇ ਜਿਹਨੇ ਕੇਸਾਂ ਦਾ ਭੇਖ ਧਾਰਨ ਕੀਤਾ ਹੋਇਆ, ਨਹਿ ਮੇਰੋ ਬ੍ਰਿਖ, ਕਹਿੰਦੇ ਉਹੋ ਜਿਹਾ ਜਿਹੜਾ ਕਹਿੰਦੇ ਸਿੱਖ ਹੈ, ਕਹਿੰਦੇ ਉਹਦੀ ਜਿਹੜੀ ਪੂਜਾ ਜਿਹੜੀ ਹੈਗੀ ਉਹ ਪ੍ਰਵਾਨ ਨਹੀਂ। ਸੋ ਨਹਿ ਮੇਰੋ ਬ੍ਰਿਖ, ਸੋ ਕਹਿੰਦੇ ਉਹ ਮੇਰਾ ਜਿਹੜਾ ਅਸਲ ਸਿੱਖ ਨਹੀਂ ਹੈ। ਹਾਂ, ਕਹਿੰਦੇ ਜਿਹੜਾ ਪਹਿਲਾਂ ਕੇਸਾਂ ਤੋਂ ਰਹਿਤ ਹੈ, ਸੋ ਬਾਅਦ ਦੇ ਵਿੱਚ ਉਹ ਕਹਿੰਦੇ ਕੇਸ ਰੱਖ ਲਵੇ ਤੇ ਕਹਿੰਦੇ ਉਹ ਕਹਿੰਦੇ ਨਿਸੰਗ ਹੀ ਮੇਰਾ ਸਿੱਖ ਬਣ ਜਾਵੇਗਾ। ਕਹਿੰਦੇ ਜਿਹੜਾ ਬ੍ਰਾਹਮਣ ਹੈ, ਪਹਿਲਾਂ ਕੇਸ ਕੱਟਦਾ ਹੈ, ਕੇਸ ਰੱਖ ਕੇ ਤੇ ਗੁਰੂ ਕੀ ਸਿੱਖੀ ਦੇ ਉੱਤੇ ਕਹਿੰਦੇ ਜਿਹਨੇ ਨਿਸ਼ਚਾ ਕਰ ਲਿਆ, ਗੁਰੂ ਕਾ ਸਿੱਖ ਬਣ ਗਿਆ, ਤੇ ਕਹਿੰਦੇ ਉਹ ਬ੍ਰਾਹਮਣ ਤਾਂ ਕਹਿੰਦੇ ਬਿਆਸ ਮੁਨੀ ਜੀ ਦੇ ਬਰਾਬਰ ਹੈ। ਬਿਆਸ ਸਮ, ਬਿਆਸ ਰਖੀ ਦੇ ਬਰਾਬਰ ਹੈ। ਦੇਵੈ ਦਾਨ ਉਮੰਗ, ਕਹਿੰਦੇ ਫਿਰ ਕਹਿੰਦੇ ਉਹ ਜਿਹੜਾ ਕਹਿੰਦੇ ਪੂਰਨ ਸਿੱਖੀ ਦੇ ਵਿੱਚ ਆ ਗਿਆ, ਫਿਰ ਉਹਨੂੰ ਗੁਰੂ ਕਾ ਸਿੱਖ ਦਾਨ ਦੇ ਸਕਦਾ ਹੈ। ਗੁਰੂ ਕਾ ਸਿੱਖ ਜਦੋਂ ਉਹਨੇ ਆਪਣੀ ਕੰਨਿਆ ਦਾ, ਆਪਣੀ ਧੀ ਦਾ, ਆਪਣੀ ਪੁੱਤਰੀ ਦਾ ਵਿਆਹ ਕਰਨਾ ਹੈ, ਤੇ ਗੁਰੂ ਕੇ ਸਿੱਖ ਨੂੰ ਹੀ ਕੰਨਿਆ ਦੇਵੇ, ਗੁਰੂ ਕੇ ਸਿੱਖ ਦੇ ਨਾਲ ਹੀ ਨਾਤਾ ਜੋੜੇ, ਗੁਰਸਿੱਖ ਪਰਿਵਾਰ ਦੇ ਨਾਲ ਹੀ ਨਾਤਾ ਜੋੜੇ। ਕਈ ਵਾਰੀ ਇਹ ਹੁੰਦਾ ਹੈ ਵੀ ਆਪਾਂ ਦੁਨਿਆਵੀ ਲਾਲਚਾਂ ਦੇ ਵਿੱਚ ਵੀ ਇਹਨਾਂ ਕੋਲੇ ਧਨ ਪਦਾਰਥ ਬਹੁਤ ਹੈ, ਤੇ ਉਹ ਪਤਤਾਂ ਨੂੰ ਅੰਮ੍ਰਿਤਧਾਰੀ ਲੜਕੀਆਂ ਦੇ ਰਿਸ਼ਤੇ ਕਰ ਦਿੱਤੇ ਜਾਂਦੇ ਹੈ। ਸੋ ਜਾਂ ਜੇ ਅਸੀਂ ਸਹਿਜਧਾਰੀ ਵੀ ਹੈ, ਸਾਡੀ ਲੜਕੀ ਵੀ ਸਹਿਜਧਾਰੀ ਹੈ, ਗੁਰਸਿੱਖੀ ਵਿੱਚ ਵਿਸ਼ਵਾਸ ਰੱਖਣ ਵਾਲੀ ਹੈ, ਤੇ ਅਸੀਂ ਰਿਸ਼ਤਾ ਆਪ ਅਸੀਂ ਗੁਰਸਿੱਖੀ ਵਿਚਾਰਾਂ ਵਾਲੇ ਹੈ, ਤੇ ਇਹੋ ਜਿਹੇ ਥਾਂ ਕਰ ਦਿੱਤਾ ਵੀ ਜਿਹੜੇ ਗੁਰੂ ਕੀ ਸਿੱਖੀ ਨੂੰ ਮੰਨਦੇ ਨਹੀਂ, ਫਿਰ ਉਹ ਕਜੋੜ ਹੋ ਜਾਂਦਾ ਹੈ। ਉਹ ਰਿਸ਼ਤੇਦਾਰੀ ਬਹੁਤ ਚੰਗੀ ਤਰ੍ਹਾਂ ਨਹੀਂ ਨਿਭਦੀ ਹੁੰਦੀ, ਕਿਉਂਕਿ ਉਹਨਾਂ ਦੀ ਜਿਹੜੇ ਰਹਿਣ ਸਹਿਣ ਦਾ ਢੰਗ ਵੱਖਰਾ ਹੁੰਦਾ, ਉਹਨਾਂ ਦੀ ਰਹਿਤ ਵੱਖਰੀ ਹੁੰਦੀ ਹੈ, ਗੁਰੂ ਕੇ ਸਿੱਖਾਂ ਦੀ ਰਹਿਤ ਵੱਖਰੀ ਹੁੰਦੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਰਿਆਦਾ ਦੇ ਬਚਨ ਦੱਸਦੇ ਹੈ, ਕਹਿੰਦੇ ਕੰਨਿਆ ਦੇਵੈ ਸਿੱਖ ਕੋ, ਸਿੱਖ ਨੂੰ ਹੀ ਕੰਨਿਆ ਦਾਨ ਕਰੇ, ਸਿੱਖ ਨੂੰ ਹੀ ਆਪਣੀ ਲੜਕੀ ਦਾ ਰਿਸ਼ਤਾ ਕਰੇ, ਗੁਰਸਿੱਖ ਜਾਣ ਕੇ ਹੀ, ਤਾਂ ਕਿ ਅੱਗੇ ਗੁਰਸਿੱਖੀ ਦਾ ਵਾਧਾ ਹੋਵੇ, ਜੋ ਅੱਗੇ ਉਹਨਾਂ ਦੀ ਸੰਤਾਨ ਉਪਜਣੀ ਆ ਉਹ ਵੀ ਸਿੱਖ ਪੈਦਾ ਹੋਣ। ਜਦੋਂ ਤੁਹਾਡੇ ਘਰ ਪਰਿਵਾਰ ਦੇ ਵਿੱਚ ਨਾਨਕੇ ਉਹ ਬੱਚੇ ਆਉਣ,
ਤੇ ਉਹ ਗੁਰੂ ਕੀ ਬਾਣੀ ਪੜ੍ਹਨ ਵਾਲੇ ਹੁਣ ਗੁਰੂ ਕੇ ਇਤਿਹਾਸ ਦੀ ਗੱਲ ਤੁਹਾਡੇ ਤੋਂ ਪੁੱਛਣ, ਤੁਸੀਂ ਗੁਰੂ ਕੀਆਂ ਸਾਖੀਆਂ ਉਹਨਾਂ ਨੂੰ ਸੁਣਾਵੋ। ਇਸ ਪ੍ਰਕਾਰ ਗੁਰੂ ਕੀ ਸਿੱਖੀ ਦੇ ਵਿੱਚ ਵਾਧੇ ਦੇ ਲਈ ਗੁਰੂ ਕਾ ਸਿੱਖ ਗੁਰੂ ਕੇ ਸਿੱਖਾਂ ਦੇ ਨਾਲ ਨਾਤਾ ਜੋੜੇ। ਇਹ ਨਹੀਂ ਕਿ ਉਹਦੇ ਕੋਲ ਜ਼ਮੀਨ ਬਹੁਤੀ ਹੈ, ਜਾਂ ਅੱਜ ਕੱਲ੍ਹ ਜੋ ਬਹੁਤਾ ਜੋ ਟਰੈਂਡ ਚੱਲਦਾ ਹੈ ਕਿ ਜੀ ਮੁੰਡਾ ਬਾਹਰਲੇ ਦੇਸ਼ ਦੇ ਵਿੱਚ ਸੈਟਲ ਹੈ, ਚਾਹੇ ਕੇਸ ਕੱਟੇ ਹੀ ਹੋਏ ਹੈ, ਤੇ ਚਲੋ ਫਿਰ ਕੀ ਹੈ, ਜੇ ਕੁੜੀ ਅੰਮ੍ਰਿਤਧਾਰੀ ਹੈ ਤਾਂ ਇੱਕ ਵਾਰ ਚਲੋ ਬਾਹਰ ਚਲੇ ਜਾਏਗੀ, ਲੜਕੀ ਸੈੱਟ ਹੋ ਗਈ ਤੇ ਅਸੀਂ ਸਾਰੇ ਹੌਲੀ ਹੌਲੀ ਚਲੇ ਜਾਵਾਂਗੇ। ਲਾਲਚ ਵਸ ਹੋ ਕੇ ਕਹਿੰਦੇ ਗੁਰੂ ਕਾ ਸਿੱਖ ਐਸਾ ਨਾ ਕਰੇ। ਕੰਨਿਆ ਦੇਵੈ ਸਿੱਖ ਕੋ ਲੇਵੈ ਨਹਿ ਕਿਛ ਦਾਮ। ਔਰ ਦਾਮ ਲੈ ਕੇ, ਪੈਸਾ ਲੈ ਕੇ ਵੀ ਆਪਣੀ ਲੜਕੀ ਦਾ ਰਿਸ਼ਤਾ ਨਾਤਾ ਗੁਰੂ ਕਾ ਸਿੱਖ ਨਾ ਕਰੇ। ਕੋਈ ਮੇਰਾ ਸਿੱਖ ਪਹੁੰਚੇ ਲੈ ਮਮਤਾ। ਕਹਿੰਦੇ ਉਹ ਜਿਹੜਾ ਇਸ ਪ੍ਰਕਾਰ ਰਹਿਤ ਮਰਿਆਦਾ ਵਿੱਚ ਪੂਰਨ ਜਿਹੜਾ ਸਿੱਖ ਆ ਨਾ, ਕਹਿੰਦੇ ਉਹੀ ਮੇਰਾ ਅਸਲ ਸਿੱਖ ਹੈ। ਤੇ ਐਸਾ ਕਹਿੰਦੇ ਉਹ ਚੰਗੇ ਸ਼ੁਭ ਗੁਣਾਂ ਨੂੰ ਲੈ ਕੇ ਮਮ ਧਾਮ ਮੇਰੇ ਘਰ ਵਿੱਚ ਮੁਕਤੀ ਦੁਆਰੇ ਪਹੁੰਚ ਜਾਵੇਗਾ। ਸਰਵਰ ਗੁਗਾ ਪੀਰ ਜੇ ਜੋਗੀ ਭੂਤ ਨਾ ਸੇਵਾ। ਸਤਿਗੁਰੂ ਜੀ ਕਹਿੰਦੇ ਸਰਵਰ ਜਿਹੜਾ ਸਖੀ ਸਰਵਰੀਆ ਸੁਲਤਾਨ ਲਾਲਾਂ ਵਾਲਾ ਹੈ, ਇਸੇ ਤਰ੍ਹਾਂ ਗੁੱਗਾ ਹੈ। ਐਵੇਂ ਸੱਪਾਂ ਦੀਆਂ ਖੱਡਾਂ ਦੇ ਉੱਤੇ ਜਾ ਕੇ ਦੁੱਧ ਚੜਾਈ ਜਾਣਾ, ਸੇਵੀਆਂ ਪਾਈ ਜਾਣੀਆਂ। ਤੇ ਇਸ ਪ੍ਰਕਾਰ ਹੋਰ ਵੀ ਜਿਹੜੇ ਕੋਈ ਪੀਰ ਬਣੇ ਹੋਏ ਹੈ ਤੇ ਜੋਗੀ, ਕੰਨ ਪਾਟੇ ਜੋਗੀ ਹੈ, ਭੂਤ ਪ੍ਰੇਤ, ਇਹਨਾਂ ਦੀ ਸੇਵਾ ਨਾ ਕਰੇ। ਗੁਰ ਪੂਜੈ ਸਭ ਕਾਮ ਮੈਂ ਪਹੁੰਚੈ ਮਮ ਕਰ ਏਵਾ। ਹਾਂ, ਇਸ ਪ੍ਰਕਾਰ ਹਰ ਪ੍ਰਕਾਰ ਦਾ ਕਾਰਜ ਕਰਨ ਲੱਗਿਆ ਸਭ ਕਾਮਨਾਵਾਂ ਦੀ ਸੰਪੂਰਨਤਾ ਲਈ ਗੁਰੂ ਕਾ ਸਿੱਖ ਗੁਰੂ ਦੀ ਹੀ ਪੂਜਾ ਕਰੇ, ਗੁਰੂ ਦਾ ਹੀ ਧਿਆਨ ਧਰੇ, ਗੁਰੂ ਦਾ ਹੀ ਓਟ ਆਸਰਾ ਤੱਕੇ। ਸੋ ਐਸਾ ਜਿਹੜਾ ਗੁਰੂ ਕਾ ਸਿੱਖ ਹੈ ਪਹੁੰਚੈ ਮਮ ਘਰ ਏਵ। ਇਸ ਪ੍ਰਕਾਰ ਰਹਿਤ ਮਰਿਆਦਾ ਵਿੱਚ ਜੀਵਨ ਬਿਤਾਉਂਦਾ ਹੋਇਆ ਗੁਰੂ ਕਾ ਸਿੱਖ ਮੇਰੇ ਦਰ ਘਰ ਵਿਖੇ ਪਹੁੰਚ ਜਾਵੇਗਾ। ਸੋ ਗੁਰੂ ਕੀ ਰਹਿਤ ਮਰਿਆਦਾ ਦੇ ਬਚਨ ਹੋਰ ਜਿਵੇਂ ਅੱਗੇ ਆਉਣਗੇ, ਆਪਾਂ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਜਿਵੇਂ ਜਿਵੇਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਸਰਵਣ ਕਰਾਂਗੇ। ਅੱਜ ਦੀ ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ। ਸ਼ੁੱਧਤਾ ਵਾਸਤੇ ਆਪ ਜੀ ਨੇ ਕਿਰਪਾ ਕਰਕੇ ਅਰਦਾਸ ਕਰਨੀ। ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਅਰਦਾਸ ਵਿੱਚ ਸ਼ਾਮਲ ਹੋਈਏ ਜੀ। ਸਰਵਰ ਗੁਗਾ ਪੀਰ ਜੇ ਜੋਗੀ ਭੂਤ ਨਾ ਸੇਵਾ। ਗੁਰ ਪੂਜੈ ਸਭ ਕਾਮ ਮੈਂ ਪਹੁੰਚੈ ਮਮ ਘਰ ਏਵ।